ਇਹ ਗੁਰੂ ਘਰ ਦੇ ਕੀਰਤਨੀਏ ਸੀਗੇ ਰਾਈ ਬਲਵੰਡ ਤੇ ਸੱਤਾ ਡੂਮ, ਉਹਨਾਂ ਦੀ ਉਚਾਰੀ ਹੋਈ ਵਾਰ ਗੁਰੂ ਸਾਹਿਬ ਜੀ ਇਹ ਤੀਸਰੇ ਨੰਬਰ ਤੇ ਰਾਮਕਲੀ ਰਾਗ ਵਿੱਚ ਦਰਜ ਕਰਵਾ ਰਹੇ ਨੇ। ਇਹ ਜਿਹੜੇ ਗੁਰਮੁਖ ਸੀਗੇ ਦੋਵੇਂ ਭਰਾ ਸਨ, ਬਲਵੰਡ ਰਾਏ ਤੇ ਸੱਤਾ ਡੂਮ ਇਹਨਾਂ ਦੀ ਜਾਤ ਹੈ। ਰਹਿੰਦੇ ਸੀ ਪੂਰਬ ਦੇਸ਼ ਵਿੱਚ, ਆਪਣੀ ਗਾਇਨ ਵਿਦਿਆ ਵਿੱਚ ਚੰਗੇ ਗੁਣੀ ਹੋਏ ਨੇ। ਬਲਵੰਡ ਵੱਡਾ ਸੀਗਾ ਅਤੇ ਸੱਤਾ ਉਸ ਦਾ ਛੋਟਾ ਭਰਾ ਸੀਗਾ। ਭਾਵੇਂ ਰਾਗ ਵਿਦਿਆ ਦੇ ਬੜੇ ਧਨੀ ਸਨ, ਪਰ ਗੁਣਵਾਨ ਹੁੰਦਿਆਂ ਹੋਇਆਂ ਵੀ ਦੋਵੇਂ ਕੰਗਾਲ ਸਨ। ਉਂਝ ਵੀ ਡੂਮਾਂ ਦੀ ਕਦਰ ਘੱਟ ਹੁੰਦੀ ਹੈ, ਕਿਉਂਕਿ ਲੋਕ ਸਤਿਕਾਰ ਦੀ ਨਜ਼ਰ ਨਾਲ ਨਹੀਂ ਵੇਖਦੇ। ਇੱਕ ਡਰਾਈਵਰ, ਇੱਕ ਗਾਉਣ ਵਾਲਾ ਤੇ ਇੱਕ ਨੌਕਰ, ਉਹ ਸਮਝਦੇ ਵੀ ਇਹ ਪਤਾ ਨਹੀਂ ਮੰਗਣੀ ਆ ਗਿਆ। ਜਿੰਨਾ ਮਰਜ਼ੀ ਸੰਦੋਖੀ ਹੋਵੇ ਬੰਦਾ, ਗਾਉਣ ਵਾਲੇ ਨੂੰ ਸਮਝਦੇ ਵੀ ਇਹ ਪੈਸੇ ਇਕੱਠੇ ਕਰਨ ਵਾਸਤੇ ਗਾ ਰਿਹਾ, ਤੇ ਡਰਾਈਵਰ ਤੇ ਨੌਕਰ ਨੂੰ ਵੀ ਹੋਰ ਹੀ ਤਰ੍ਹਾਂ ਨਿਗਾਹ ਨਾਲ ਦੇਖਦੇ। ਉਹ ਲੋਕਾਂ 'ਚ ਸਤਿਕਾਰ ਨਹੀਂ ਹੈ ਇਸ ਕਲਾਸ ਦਾ। ਪਹਿਲਾਂ ਤਾਂ ਵੈਸੇ ਵੀ ਰਾਜੇ ਮਹਾਰਾਜਿਆਂ ਦੇ ਸੋਹਲੇ ਗਾਏ ਜਾਂਦੇ ਸਨ ਤੇ ਲੋਕ ਮੰਗਣ ਵਾਸਤੇ ਹੀ ਗਾਉਂਦੇ ਸੀ। ਗੱਲ ਵੀ ਸੱਚੀ ਸੀ। ਮਰਾਸੀ ਸਜਰਾ ਪੜ੍ਹਦੇ ਹੁੰਦੇ ਸੀ, ਤੇਰਾ ਦਾਦਾ ਤੇਰਾ ਪੜਦਾਦਾ ਜਿਉਂਦਾ ਰਹੇ, ਇੰਝ ਰਾਜਿਆਂ ਦੇ ਸੋਹਲੇ ਗਾਉਂਦੇ ਸਨ। ਤੇ ਗੁਣਵਾਨ ਹੁੰਦੇ ਹੋਏ ਵੀ ਕੰਗਾਲ ਸਨ। ਮਖੌਲ ਜਾਂ ਵਿਆਹਾਂ ਵਿੱਚ ਸਿੱਠਣੀਆਂ ਸੁਣਨ ਜਾਂ ਹੋਰ ਸੇਵਾ ਵਿੱਚ ਇੱਕ ਛੋਟੇ ਵਤੀ ਸਰਾਂ ਜਾਂ ਲਾਗੀਆਂ ਵਿੱਚ ਗਿਣੇ ਜਾਂਦੇ ਨੇ। ਮਰਦਾਨਾ ਵੀ ਡੂਮ ਹੀ ਸੀਗਾ, ਪਰ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਰੂਪ ਪਾਰਸ ਨੂੰ ਛੋਹ ਕੇ ਭਾਈ ਦੇ ਖਿਤਾਬ ਵਾਲਾ ਹੋ ਗਿਆ ਸੀ ਅਤੇ ਡੂਮ ਦੀ ਥਾਂ ਨਵੇਂ ਨਾਮ ਰਬਾਬੀ ਨਾਲ ਯਾਦ ਕੀਤਾ ਜਾਂਦਾ ਸੀ। ਰਬਾਬੀ ਭਾਈ ਮਰਦਾਨਾ ਜੀ। ਮਰਦਾਨਾ ਡੂਮ ਨਹੀਂ, ਮਰਦਾਨਾ ਮਰਾਸੀ ਨਹੀਂ ਕਿਹਾ ਜਾਂਦਾ, ਭਾਈ ਸਾਹਿਬ ਕਿਹਾ ਜਾਂਦਾ ਹੈ। ਰਬਾਬੀ ਇੱਕ ਗੁਣਵਾਨ ਖਿਤਾਬ ਸੀ ਜਿਸ ਵਿੱਚ ਆਦਰ ਸੀ। ਜਿਵੇਂ ਤਾਨਸੈਨ ਸਾਜ਼ਾਂ ਦਾ ਜਾਣਕਾਰ ਹੋਇਆ, ਇਉਂ ਰਬਾਬ ਇੱਕ ਸਾਜ਼ ਹੈ ਜੋ ਗੁਰੂ ਨਾਨਕ ਸਾਹਿਬ ਨੇ ਵਿਸ਼ੇਸ਼ ਤੌਰ 'ਤੇ ਅਪਣਾਇਆ ਤੇ ਭਾਈ ਮਰਦਾਨੇ ਨੇ ਸਭ ਤੋਂ ਪਹਿਲਾਂ ਗੁਰੂ ਘਰ ਵਿੱਚ ਵਜਾਇਆ। ਇਸ ਕਰਕੇ ਰਬਾਬੀ ਉਹਨਾਂ ਦੇ ਨਾਮ ਦੇ ਨਾਲ ਜੁੜਿਆ। ਇਹ ਨਾਮ ਰਬਾਬ ਵਜਾਉਣ ਕਰਕੇ ਮਿਲਦਾ ਹੈ, ਜੋ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪ ਵਿਉਂਤਿਆ ਤੇ ਤਿਆਰ ਕਰਵਾਇਆ ਸੀਗਾ। ਪਰ ਜਿਹੜਾ ਰਬਾਬ ਹੈ, ਜਿਵੇਂ ਸ਼ਿਵ ਜੀ ਦਾ ਡਮਰੂ ਹੈ ਤੇ ਜਿਹੜਾ ਵਿਸ਼ਨੂੰ ਹੈ ਉਹਦਾ ਸੁਦਰਸ਼ਨ ਚੱਕਰ ਹੈ, ਇੰਦਰ ਦਾ ਪਜਰ ਸ਼ਾਸਤਰ ਹੈ, ਇੰਝ ਸਭ ਕੁਝ ਪ੍ਰਸਿੱਧ ਹੈ। ਸ਼ਿਵ ਜੀ ਦਾ ਡਮਰੂ ਸਾਜ਼ ਤੇ ਤਰਸ਼ੂਲ ਹੈ। ਇਉਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜਿਹੜਾ ਸਾਜ਼ ਹੈ ਉਹ ਰਬਾਬ ਹੈ। ਅੱਜ ਕੱਲ੍ਹ ਜਿਹੜਾ ਹਾਰਮੋਨੀਅਮ ਵਾਜਾ ਵਜਾਇਆ ਜਾਂਦਾ ਹੈ, ਇਹ ਗੋਰਿਆਂ ਦਾ ਸਾਜ਼ ਹੈ, ਗੁਰਦੁਆਰੇ ਦਾ ਸਾਜ਼ ਨਹੀਂ ਹੈ। ਪਰ ਥੋੜ੍ਹਾ ਜਿਹਾ ਈਜ਼ੀ ਹੋਣ ਕਰਕੇ, ਸੌਖਾ ਵੱਜਦਾ ਹੋਣ ਕਰਕੇ ਮੇਰੇ ਵਰਗਾ ਨਗਲੈਕਟ ਬੰਦਾ ਵੀ ਦੋ ਸੁਰਾਂ ਸਿੱਖ ਕੇ ਗਾਉਣ ਵਜਾਉਣ ਲੱਗ ਪੈਂਦਾ। ਜਿਹੜੇ ਤੰਤੀ ਸਾਜ਼ ਨੇ ਉਹਨਾਂ ਦਾ ਪਤਾ ਹੀ ਨਹੀਂ ਲੱਗਦਾ। ਜਿਹੜਾ ਤਾਨਪੁਰਾ ਰਬਾਬ ਹੈ, ਇਹ ਤੰਤੀ ਸਾਜ਼, ਇਹਨਾਂ ਦੇ ਨਾਲ ਗਾਉਣਾ ਇੱਕ ਬਹੁਤ ਵੱਡੀ ਕਲਾਕਾਰੀ ਹੈ। ਇਹ 'ਚ ਸਾਹ ਤੇ ਪਾ ਹੀ ਹੁੰਦਾ ਹੈ। ਬਿਜਲੀਆਂ ਸੁਰੀਆਂ ਆਪ ਸੰਕੇਤ ਕਰਨੀਆਂ ਹੁੰਦੀਆਂ, ਆਵਾਜ਼ ਨੂੰ ਘੱਟ ਵੱਧ ਕਰਨਾ, ਉੱਚੀ ਨੀਵੇਂ ਕਰਨਾ, ਇਹ ਬੜੇ ਤਰੀਕੇ ਨਾਲ ਆਪ ਦੇ ਗਿਆਨ ਨਾਲ ਕਰਨਾ ਪੈਂਦਾ। ਵਾਜੇ ਦੇ ਸਾਰਾ ਕੁਝ ਉੱਤੇ ਹੀ ਹੁੰਦਾ। ਅਸੀਂ ਤਾਂ ਚੇਪੀਆਂ ਵੀ ਲਾਈਆਂ ਹੁੰਦੀਆਂ ਸੀ, ਸਾਰੇ ਗਾਵਾਂ ਪਾ ਦੀਆਂ। ਤੋ ਇਸ ਲਈ ਇਹ ਗੋਰਿਆਂ ਦਾ ਸਾਜ਼ ਹੈ। ਜਿਹੜਾ ਰਬਾਬ ਹੈ, ਗੁਰਦੁਆਰੇ ਦਾ ਸਾਜ਼ ਅਸਲ 'ਚ ਰਬਾਬ ਹੈ। ਇਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪ ਵਿਉਂਤਿਆ ਤੇ ਤਿਆਰ ਕਰਵਾਇਆ ਸੀ। ਜਾਂ ਸਰੰਦਾ ਰਬਾਬੀ ਕੋਈ ਦੁਨੀਆ ਦਾ ਮਨੁੱਖ ਨਹੀਂ ਸੀਗਾ। ਸਵਰਗਾਂ ਨੇ, ਦੇਵਤਿਆਂ ਨੇ ਉਹ ਸਰੰਦੇ ਨਾਮ ਦੇ ਦੇਵਤਾ ਨੂੰ, ਵਾਹਿਗੁਰੂ, ਹਾਂ, ਸਰੰਦਾ ਨਾਮ ਦੇ ਦੇਵਤਾ ਨੂੰ ਗੁਰੂ ਸਾਹਿਬ ਨੂੰ ਰਬਾਬ ਦੇਣ ਲਈ ਆਪ ਭੇਜਿਆ ਸੀ ਤੇ ਦੇਵਤਿਆਂ ਨੇ ਗੁਰੂ ਸਾਹਿਬ ਨੂੰ ਭੇਟਾ ਕੀਤਾ।
ਇਹ ਗੁਰਪ੍ਰਤਾਪ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਵਿੱਚ ਲਿਖਿਆ ਹੋਇਆ। ਸੋ ਇੰਜ ਗੁਣੀ ਜਨਾਂ ਦੇ ਵਿੱਚ ਅਜੇ ਤੱਕ ਇਹ ਰਬਾਬ ਸਾਜ਼ ਪ੍ਰਸਿੱਧ ਹੈ ਕਿ ਇਹ ਸਾਜ਼ ਨਾਨਕ ਸ਼ਾਹ ਫਕੀਰ ਨੂੰ ਅਰਸ਼ ਤੋਂ ਉਤਰਿਆ ਸੀ। ਅੱਜ ਕੱਲ੍ਹ ਦੇ ਰਬਾਬੀਆਂ ਦੇ ਰਬਾਬ ਨਾਲੋਂ ਇਹ ਸਾਜ਼ ਵੱਖਰਾ ਸੀਗਾ, ਜਿਸ ਵਿੱਚ 6 ਸਿਰੇ ਦੀਆਂ ਤਾਰਾਂ ਉੱਤੇ ਵਜੰਤਰੀ ਕੰਮ ਕਰਦਾ ਸੀ। ਉਹਦੀ ਵਿਉਂਤ ਅਤੇ ਵੱਜਣਾ ਕੁਝ ਸਰੋਧੇ ਨਾਲ ਮਿਲਦਾ ਜੁਲਦਾ ਸੀ ਅਤੇ ਸਾਜ਼ ਐਸਾ ਸੁਰੀਲਾ ਹੁੰਦਾ ਸੀ ਕਿ ਸਰੰਗੀ ਕੀ ਚੀਜ਼ ਹੈ। ਸੁਣੀਦਾ ਕਿ ਰਿਆਸਤ ਰਾਮਪੁਰ ਵਿਖੇ ਇੱਕ ਇਸ ਸਾਜ਼ ਦੇ ਨਮੂਨੇ ਅਜੇ ਵੀ ਮਿਲਦੇ ਨੇ। ਅੱਜ ਤਰ੍ਹਾਂ ਢਾਡੀ ਸਰੰਗੀ ਵਜਾਉਂਦੇ ਨੇ ਨਾ, ਉੱਤੇ ਗਾਜ ਫੇਰਦੇ ਨੇ। ਪੁਰਾਤਨ ਰਬਾਬ ਇਸ ਤਰ੍ਹਾਂ ਵੱਜਦਾ ਹੁੰਦਾ ਸੀ ਤੇ ਬੜਾ ਸੁਰੀਲਾ ਸੀ। ਤੰਤੀ ਸਾਜ਼ ਵੈਸੇ ਵੀ ਸੁਰੀਲੇ ਹੁੰਦੇ ਨੇ। ਬੰਦਿਆਂ ਦੀ ਆਵਾਜ਼ ਤਾਂ ਹੁੰਦੀ ਹੈ ਭਾਰੀ, ਉਹ ਤਾਂ ਆਵਾਜ਼ੀ ਨਾਲ ਮਿਲ ਜਾਂਦੀ ਹੈ। ਵੈਸੇ ਦੁਨੀਆ ਦਾ ਇੱਕੋ ਹੀ ਸਾਜ਼ ਹੈ ਹਾਰਮੋਨੀਅਮ, ਜਿਹੜਾ ਸੁਰ 'ਚ ਨਹੀਂ ਹੁੰਦਾ। ਮੇਰਾ ਭਾਰਤ ਮਿਊਜ਼ਿਕ ਹਾਊਸ ਦਾ ਹਾਰਮੋਨੀਅਮ ਹੈ। ਜਿੰਨੇ ਪੈਸੇ ਉਹਨੇ ਨਵੇਂ ਦੇ ਲਏ, ਓਨੇ ਹੀ ਸੁਰ ਕਰਨ ਦੇ ਲਏ। ਸੁਰ ਕਰਾਉਣ ਤੋਂ ਬਾਅਦ ਵੀ ਸੁਰ 'ਚ ਨਹੀਂ ਹੁੰਦਾ। ਸਭ ਤੋਂ ਬਸੁਰਾ ਸਾਜ਼ ਹੈ ਹਾਰਮੋਨੀਅਮ। ਤੇ ਪਰ ਇਹ ਜਿਹੜੇ ਤੰਤੀ ਸਾਜ਼ ਨੇ, ਇਹ ਜੇ ਕੋਈ ਸੁਰ ਕਰਨ ਵਾਲਾ ਹੋਵੇ, ਬੜੇ ਸੁਰੀਲੇ ਵੱਜਦੇ ਨੇ। ਬੰਦਿਆਂ ਦੀ ਆਵਾਜ਼ ਮੋਟੀ ਤੇ ਭਾਰੀ ਹੁੰਦੀ ਹੈ, ਬੀਬੀਆਂ ਦੀ ਤੇ ਕੁੜੀਆਂ ਦੀ ਆਵਾਜ਼ ਬਰੀਕ ਹੁੰਦੀ ਹੈ। ਜੋ ਤੰਤੀ ਸਾਜ਼ ਦੇ ਨਾਲ ਮੇਲ ਜੋਲ ਕਰਨ ਤੋਂ ਸਹੀ ਤਰੀਕੇ ਨਾਲ ਸੁਰੀਲੀ ਆਵਾਜ਼ ਬਣਦੀ ਹੈ, ਨਹੀਂ ਤਾਂ ਹਾਰਮੋਨੀਅਮ ਦੇ ਨਾਲ ਮੁਲਾਇਮ ਵੀ ਨਹੀਂ ਮਿਲਦੀ। ਸੋ ਜਿਹੜੇ ਤੰਤੀ ਸਾਜ਼ ਨੇ ਬੜੇ ਬਰੀਕ ਕਿਸਮ ਦੇ ਹੁੰਦੇ ਨੇ। ਇਹ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਖੁਦ ਆਪ ਤਿਆਰ ਕਰਵਾਇਆ। ਗੁਰੂ ਨਾਨਕ ਦੇਵ ਜੀ ਦੀ ਸੰਗਤ ਤੇ ਸਤ ਸੰਗਤ ਤੋਂ ਕਿਰਤਾਰ ਅਤੇ ਮਨ ਵਿੱਚ ਸਾਜ਼ ਰਬਾਬ ਦੇ ਵਜਾਉਣ ਅਤੇ ਉਸ ਵਜਾਉਣ ਵਿੱਚ ਪਿਆਰੇ ਵਾਹਿਗੁਰੂ ਜੀ ਦੀ ਕੀਰਤੀ ਤੇ ਮਹਿਮਾ ਕਾਇਮ ਕਰਨ ਕਰਕੇ ਮਰਦਾਨਾ ਭਾਈ ਪਾਤੇ ਪਹੁੰਚਿਆ ਅਤੇ ਜੋ ਪਹਿਲੇ ਪਹਿਲ ਨਿੰਦਕਾਂ ਤੋਂ ਕਰਾਈਏ ਦਾ ਡੂਮ ਸਦਾ ਕੇ ਧਰਕਾਰਿਆ ਗਿਆ ਸੀ। ਜਿਹੜਾ ਵੀ ਕੋਈ ਬੋਲਦਾ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਰਾਈਆ ਕਹਿੰਦੇ ਤੇ ਮਰਦਾਨੇ ਨੂੰ ਡੂਮ ਕਹਿੰਦੇ ਕਿ ਤੂੰ ਕਰਾਈਏ ਦਾ ਡੂਮ ਹੈ। ਪਰ ਉਹ ਬ੍ਰਹਮ ਗਿਆਨੀ ਬਣਿਆ, ਗਿਆਤਾ ਕੀ ਅਵਸਥਾ ਨੂੰ ਪ੍ਰਾਪਤ ਹੋਇਆ ਅਤੇ ਅੰਤਲਾ ਦਾ ਸੰਸਕਾਰ ਉਸ ਜੋਤ ਨਿਰੰਜਨੀ ਪਾਸੋਂ ਪ੍ਰਾਪਤ ਹੋਇਆ ਕਿ ਜਿਸ ਦੇ ਹੱਥਾਂ ਦੀ ਛੂਹ ਵਿੱਚ ਜੀਵਨ ਪਦ ਵਸਦਾ ਸੀ। ਇਸੇ ਡੂਮ ਜਾਤੀ ਵਿੱਚੋਂ ਰਾਈ ਬਲਵੰਡ ਤੇ ਸੱਤਾ ਦੋਵੇਂ ਚੰਗੇ ਗੁਣੀ ਭਰਾ ਹੋਏ ਨੇ। ਇਸ ਰੰਗੀ ਦੇ ਵਜੰਤਰੀ ਤੇ ਟੱਪੇ ਦੀ ਗਵਾਈ ਤੋਂ ਛੁੱਟ ਧਰੁਪਦ ਦੀ ਗਵਾਈ ਦੇ ਵੀ ਚੰਗੇ ਉਸਤਾਦ ਸਨ। ਲੋਕਾਂ ਨੂੰ ਬੜੇ ਰਾਗ ਗਾ ਗਾ ਕੇ ਸੁਣਾਏ, ਪਰ ਕਦਰ ਕਿਤੇ ਵੀ ਨਾ ਪਈ। ਘਰ ਦੇ ਗੁਜ਼ਾਰੇ ਲਈ ਪਦਾਰਥ ਵੀ ਨਾ ਮਿਲੇ। ਜਿਵੇਂ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਕੋਲ 52 ਕਵੀ ਜਿਹੜੇ ਆਏ, ਉਹਨਾਂ ਦੇ ਲੀੜੇ ਕੱਪੜੇ ਵੀ ਪਾਟੇ ਹੋਏ ਸਨ। ਬੜੀ ਗਰੀਬੀ ਅਵਸਥਾ ਵਿੱਚ ਉਹ ਵਿਚਾਰੇ ਭੁੱਖੇ ਨੰਗੇ ਮੰਗਦੇ ਹੋਏ ਆਏ ਸਨ। ਪਰ ਗੁਰੂ ਸਾਹਿਬ ਨੇ ਉਹਨਾਂ ਦੇ ਗੁਣ ਦਾ ਸਤਿਕਾਰ ਕਰਦਿਆਂ ਜਦੋਂ ਸਾਲ 6 ਮਹੀਨੇ ਬਾਅਦ ਛੁੱਟੀ ਲੈ ਕੇ ਗਏ ਤਾਂ ਮਹਾਰਾਜ ਨੇ ਹਾਥੀ ਦੇ ਕੇ ਤੋਰਿਆ ਉਹਨਾਂ ਨੂੰ। ਮੋਹਰਾਂ ਦੀ ਖੁਰਜੀ ਉੱਤੇ ਰੱਖ ਕੇ ਹਾਥੀਆਂ ਦੇ ਚੜ੍ਹ ਕੇ ਤੇ ਬੜੇ ਬੜੇ ਨੌਕਰ ਚਾਕਰ ਉਹਨਾਂ ਨਾਲ ਤੋਰੇ। ਵੇਖਣ ਵਾਲੇ ਨੂੰ ਲੱਗਦਾ ਕਿ ਕੋਈ ਰਾਜਾ ਮਹਾਰਾਜਾ ਆ ਰਿਹਾ। ਪੁੱਛਣ ਨੂੰ ਪਤਾ ਲੱਗਦਾ ਕਿਉਂਕਿ ਮਹਾਰਾਜਾ ਨਹੀਂ, ਇਹ ਤਾਂ ਕਲਗੀਧਰ ਦੇ ਗਵਈਏ ਨੇ, ਕਵੀ ਨੇ, ਜੋ ਗੁਰੂ ਸਾਹਿਬ ਦੇ ਦਰਬਾਰ ਵਿੱਚੋਂ ਛੁੱਟੀ ਲੈ ਕੇ ਆਪਦੇ ਘਰ ਨੂੰ ਜਾ ਰਹੇ ਨੇ। ਮਹਾਰਾਜ ਦੀਆਂ ਬਖਸ਼ਿਸ਼ਾਂ ਨੇ। ਸੋ ਇੰਜ ਗੁਰੂ ਘਰ ਦੀ ਬਖਸ਼ਿਸ਼ ਮਹਾਨ ਹੈ। ਇਸ ਲਈ ਬਲਵੰਡ ਤਾਂ ਆਪਣੀ ਕਿਸਮਤ ਦੀ ਪ੍ਰੀਖਿਆ ਕਰਨ ਅਤੇ ਗੁਣਾਂ ਦੀ ਕਦਰ ਦੂਰੀ ਉੱਤੇ ਜਾ ਕੇ ਪਾਉਣ ਦਾ ਪ੍ਰਤਾਪ ਕਰਨ ਲਈ ਆਪਣੇ ਦੇਸ਼ ਤੋਂ ਤੁਰ ਪਿਆ ਤੇ ਉਹਦੇ ਜਾਣ ਮਗਰੋਂ ਸੱਤੇ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਮਹਿਮਾ ਸੁਣੀ ਤੇ ਸੱਤਾ ਉਸ ਵੇਲੇ ਸ੍ਰੀ ਅੰਮ੍ਰਿਤਸਰ ਸਾਹਿਬ ਸਤਿਗੁਰਾਂ ਦੀ ਸ਼ਰਨ ਵਿੱਚ ਆ ਗਿਆ ਸੀ। ਸਤਿਗੁਰਾਂ ਦੇ ਪਾਸ ਆ ਕੇ ਅੰਤਿਅੰਤ ਨਿਮਰਤਾ ਦੇ ਸਹਿਤ ਬੇਨਤੀ ਕਰਨ ਲੱਗਾ ਕਿ ਹੇ ਸਤਿਗੁਰੂ ਜੀ, ਤੁਹਾਡੇ ਤੋਂ ਬਗੈਰ ਹੁਣ ਕੋਈ ਸਾਡਾ ਆਸਰਾ ਨਹੀਂ ਹੈ। ਆਪ ਜੀ ਕਿਰਪਾ ਕਰਕੇ ਮੇਰੀ ਰੱਖਿਆ ਕਰੋ। ਸਤਿਗੁਰਾਂ ਨੇ ਬਹੁਤ ਆਦਰ ਕੀਤਾ।
ਇਹ ਬੜੇ ਪ੍ਰੇਮ ਨਾਲ ਪੁੱਛਿਆ ਕਿ ਭਾਈ ਤੂੰ ਕੰਮ ਕੀ ਕਰ ਸਕਦਾ ਹੈ, ਕਿਹੜੇ ਕੰਮ ਨਾਲ ਤੇਰਾ ਗੁਜ਼ਾਰਾ ਚੱਲਦਾ ਹੈ, ਤੂੰ ਕੀ ਜਾਣਦਾ ਹੈ। ਤਾਂ ਸੱਤੇ ਨੇ ਕਿਹਾ ਜੀ ਸਤਿਗੁਰੂ ਮੈਂ ਰਬਾਬੀ ਹਾਂ, ਕਈ ਪੁਸ਼ਤਾਂ ਤੋਂ ਰਾਗ ਕਰਨ ਦਾ ਹੀ ਖਾਨਦਾਨੀ ਪੇਸ਼ਾ ਹੈ। ਸਤਿਗੁਰੂ ਜੀ ਕਹਿਣ ਲੱਗੇ ਚੰਗਾ ਸਾਡੇ ਕੋਲ ਇੱਥੇ ਠਹਿਰ ਕੇ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸੁਣਾ ਦਿਆ ਕਰ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਵਿੱਚੋਂ ਤੇਰੀ ਸਭ ਮਨੋਕਾਮਨਾ ਪੂਰੀ ਹੋਵੇਗੀ। ਪਰ ਗਾਉਣੀ ਗੁਰਬਾਣੀ ਹੋਈ ਹੈ, ਮਰਾਸੀ ਬਣਾਣੀ ਦਿਖਾਉਣਾ, ਰੱਬ ਦੀ ਸਿਫਤ ਗਾਉਣੀ ਹੈ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਬਾਣੀ ਦਾ ਕੀਰਤਨ ਕਰਨਾ ਹੈ। ਸਤਿਗੁਰਾਂ ਦਾ ਬਚਨ ਸੁਣ ਕੇ ਸੱਤਾ ਸਤਿਗੁਰਾਂ ਦੇ ਕੋਲ ਠਹਿਰ ਗਿਆ। ਸਤਿਗੁਰਾਂ ਨੇ ਭਾਈ ਸਾਲੋ ਦੀ ਧਰਮਸ਼ਾਲਾ ਦੇ ਕੋਲ ਰਹਿਣ ਲਈ ਜਗ੍ਹਾ ਵੀ ਦੇ ਦਿੱਤੀ, ਫਰੀ ਦੇ ਵਿੱਚ, ਖਾਣਾ ਵੀ ਫਰੀ ਲੰਗਰ ਚੋਂ ਤੇ ਰਹਿਣਾ ਵੀ ਫਰੀ ਦੇ ਦਿੱਤਾ। ਇਹ ਜਿਹੜਾ ਭਾਈ ਸਾਲੋ ਦਾ ਟੋਭਾ ਧਰਮਸ਼ਾਲਾ ਹੈ, ਇਹ ਹਾਲ ਗੇਟ ਤੇ ਜਿਹੜਾ ਖਜ਼ਾਨਾ ਗੇਟ ਹੈ ਉਹਦੇ ਵਿਚਕਾਰ ਜੇ ਸ਼ਹਿਰ ਦੇ ਅੰਦਰ ਵਾਰ ਪੈਂਦਾ ਹੈ। ਇੱਥੇ ਸੱਤੇ ਨੇ ਗੁਰੂ ਦੇ ਦਰਸ਼ਨ ਤੋਂ ਸੁਖ ਪਾਇਆ ਤੇ ਸਤਿਗੁਰਾਂ ਦੀ ਆਗਿਆ ਅਨੁਸਾਰ ਆਪਣੇ ਗੁਣ ਨੂੰ ਵਾਹਿਗੁਰੂ ਦਾ ਜਸ ਕਰਨ ਵਿੱਚ ਵਰਤਿਆ। ਉਧਰ ਸੱਤੇ ਦਾ ਵੱਡਾ ਭਰਾ ਬਲਵੰਡ ਕਈ ਸ਼ਹਿਰਾਂ 'ਚ ਧੱਕੇ ਧੁੱਕੇ ਖਾਂਦਾ, ਦੂਰ ਦਰਾਡੇ ਫਿਰਦਾ ਤੁਰਦਾ ਆਇਆ। ਗੁਣ ਦਾ ਗਾਹਕ ਪਰ ਕੋਈ ਨਾ ਮਿਲਿਆ। ਕਹਿੰਦੇ ਨੇ ਕਿ ਵਿਣ ਗਾਹਕ ਗੁਣ ਵੇਚੀ ਹੈ ਤਉ ਗੁਣ ਸਹਿਗੋ ਜਾਏ, ਗੁਣ ਕਾ ਗਾਹਕ ਜੇ ਮਿਲੇ ਤਉ ਗੁਣ ਲਾਖ ਵਿਕਾਈ। ਬਿਨਾਂ ਗਾਹਕ ਤੋਂ ਗੁਣ ਦਾ ਮੁੱਲ ਨਹੀਂ ਪੈਂਦਾ। ਜੇ ਗੁਣਾਂ ਦਾ ਗਾਹਕ ਮਿਲ ਜਾਏ ਤਾਂ ਲੱਖਾਂ 'ਚ ਗੁਣ ਵਿਕਦਾ ਹੈ, ਉਹਦੇ ਗੁਣ ਦੀ ਕਿਸੇ ਕਦਰ ਨਾ ਪਾਈ। ਜਦੋਂ ਪ੍ਰਦੇਸ਼ ਵਿੱਚ ਵੀ ਜੀਵਨ ਦੀਆਂ ਲੋੜਾਂ ਵਾਸਤੇ ਧਨ ਦੀ ਪ੍ਰਾਪਤੀ ਨਾ ਹੋਈ ਤਾਂ ਬਲਵੰਡ ਨੂੰ ਘਰ ਦਾ ਮੋਹ ਵਾਪਸ ਮੋੜ ਲਿਆ। ਆ ਕੇ ਘਰ ਦਾ ਹਾਲ ਕੁਝ ਸੁਧਰਿਆ ਵੇਖਿਆ, ਘਰ ਇਕੱਠਾ ਹੀ ਸੀਗਾ ਤੇ ਮਨ 'ਚ ਬੜੀ ਪ੍ਰਸੰਨਤਾ ਹੋਈ। ਭਰਾ ਦੇ ਸੁਖੀ ਜੀਵਨ ਦਾ ਕਾਰਨ ਲੱਭਦਿਆਂ ਪਤਾ ਲੱਗਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੁਰਤਾ ਗੱਦੀ ਦੇ ਵਾਰਸ ਸ੍ਰੀ ਗੁਰੂ ਨਾਨਕ ਰੂਪ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਚਰਨ ਸ਼ਰਨ ਵਿੱਚ ਗਿਆ। ਸੱਤੇ ਦੇ ਮਨ ਦੇ ਸਰੀਰ ਦੇ ਦਰਿਦਰ ਦੂਰ ਹੋ ਗਏ ਨੇ, ਸਰੀਰ ਦੀਆਂ ਲੋੜਾਂ ਪੂਰੀਆਂ ਹੋਣ ਵਿੱਚ ਤੋਟ ਨਹੀਂ ਰਹੀ ਅਤੇ ਮਨ ਨੂੰ ਲੋੜਾਂ ਤੋਂ ਵੱਧ ਤੜਫਣ ਦੀ ਆਦਤ ਵੀ ਨਹੀਂ ਰਹੀ। ਇੱਥੇ ਮਨ ਪ੍ਰਸੰਨ ਹੋਣ ਕਰਕੇ ਚਿਹਰਾ ਖਿੜ ਜਾਂਦਾ ਹੈ। ਘਰਾਂ ਦੇ ਵਿੱਚ ਸੌ ਨਿੰਦਿਆ ਚੁਗਲੀ, ਇੱਧਰ ਉੱਧਰ ਦੀਆਂ ਗੱਲਾਂ ਬਾਤਾਂ, ਕਾਰੋਬਾਰਾਂ 'ਚ ਕਈ ਘਾਟਾ, ਕਮੀਆਂ ਪੇਸ਼ੀਆਂ, ਈਰਖਾਬਾਜੀ। ਗੁਰੂ ਘਰ ਦੇ ਵਿੱਚ ਜੇ ਕੁਛ ਵੀ ਨਾ ਹੋਏ ਘੱਟੋ ਘੱਟ ਮਨ ਸ਼ਾਂਤ ਜ਼ਰੂਰ ਹੋ ਜਾਂਦਾ ਹੈ ਤੇ ਮਨ ਦੀ ਸ਼ਾਂਤੀ ਚਾਹੀਦੀ ਹੈ। ਹੋਰ ਕੀ ਚਾਹੀਦਾ ਦੱਸੋ? ਸੁੱਖ ਹੀ ਚਾਹੀਦਾ ਤੋਂ ਮਹਾਰਾਜ ਨੇ ਦਿੱਤਾ ਹੋਇਆ ਹੈ ਤੇ ਬਸ ਰੱਬ ਦਾ ਨਾਮ ਗਾਈ ਜਾਓ, ਸੁੱਖ ਵਾਹਿਗੁਰੂ ਦਾ ਬਖਸ਼ਿਆ ਹੋਇਆ। ਇਹ ਭਰਾ ਨੂੰ ਸੁਖੀ ਵੇਖ ਕੇ ਇਹ ਵੀ ਆਪਣੇ ਭਰਾ ਦੇ ਪਾਸ ਪਹੁੰਚ ਕੇ ਗੁਰੂ ਜੀ ਦੀ ਚਰਨ ਸ਼ਰਨ ਵਿੱਚ ਬੜੇ ਨਿਮਰਤਾ ਭਰੇ ਬਚਨਾਂ ਨਾਲ ਵਡਿਆਈ ਕਰਦਾ ਹੋਇਆ ਆਇਆ। ਜਿਵੇਂ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਕਵੀ ਸੰਤੋਖ ਸਿੰਘ ਨੇ ਪੰਕਤੀਆਂ ਲਿਖੀਆਂ ਨੇ, ਆਪਾਂ ਤੁਹਾਨੂੰ ਉਸੇ ਤਰ੍ਹਾਂ ਪੜ੍ਹ ਕੇ ਸੁਣਾਉਂਦੇ ਹਾਂ। ਆਇਓ ਨਿਜ ਦੁਆਰੇ ਦਇਆ ਕਲਪਤਰ ਥਾਰੇ ਭਾਰੇ। ਇਹ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀਓ, ਤੁਸੀਂ ਕਲਪ ਵ੍ਰਿਕਸ਼ ਦੀ ਤਰ੍ਹਾਂ ਬੜੇ ਭਾਰੀ ਸੋਹਣੇ ਸੁਭਾਅ ਵਾਲੇ ਹੋ, ਇਸ ਲਈ ਤੁਹਾਨੂੰ ਦਿਆਲੂ ਜਾਣਗੇ। ਜਿਹੜਾ ਬਲਵੰਡ ਹੈ ਉਹ ਕਹਿਣ ਲੱਗਾ ਜੀ ਮੈਂ ਤੁਹਾਡੇ ਗੁਰਦੁਆਰੇ ਆਇਆ ਹਾਂ। ਬਿਦਰ ਬਿਲੰਦ ਦੀਨ ਦਰਦ ਬਿਦਾਰੋ। ਮਹਾਰਾਜ ਬਿਰਧ ਬੁਲੰਦ ਆਪ ਜੀ ਦਾ ਜਿਹੜਾ ਸੁਭਾਅ ਹੈ ਬੜਾ ਭਾਰੀ, ਦਿਆਲੂ, ਕਿਰਪਾਲੂ ਹੈ। ਦੁਖੀਆਂ ਦੇ ਗਰੀਬਾਂ ਦੇ ਦਰਦਾਂ ਨੂੰ ਤੁਸੀਂ ਨਾਸ਼ ਕਰ ਦਿੰਦੇ ਹੋ। ਦ੍ਰੋਪਦੀ ਉਧਾਰੀ ਗੱਜ ਗ੍ਰਾਹ ਤੇ ਛੁਟਾਰੀ। ਆਪ ਨੇ ਦ੍ਰੋਪਦੀ ਦਾ ਉਧਾਰ ਕੀਤਾ ਅਤੇ ਜਿਹੜਾ ਗਜਿੰਦਰ ਹਾਥੀ ਸੀਗਾ ਹਰੀ ਹਰ ਖੇਤਰ ਤੇ ਜਦ ਨਹਾਉਣ ਵਾਸਤੇ ਵੜਿਆ ਤਾਂ ਉਹਨੂੰ ਤੰਦੂਏ ਨੇ ਤਾਰਾਂ ਪਾ ਕੇ ਤੇ ਕਾਬੂ ਕਰ ਲਿਆ। ਫਿਰ ਆਪ ਨੇ ਹੀ ਸੁਦਰਸ਼ਨ ਚੱਕਰ ਕਰ ਧਰੇ, ਚੱਕਰ ਬੈਕੁੰਠ ਦੇ ਆਏ, ਗਜ ਹਸਤੀ ਕੇ ਪ੍ਰਾਣ ਉਧਾਰੀ ਵਾਲੇ। ਉਹ ਹਾਥੀ ਨੂੰ ਵੀ ਤੁਸੀਂ ਹੀ ਛੁਡਾਇਆ। ਹੀਰ ਰਾਖਸ਼ਨ ਮਾਰੀ
ਵੈਰੀ ਦੇਵਨ ਨਿਹਾਰੇ ਹੋ। ਜਦ ਦੇਵਤਿਆਂ ਦੇ ਵੈਰ ਪਿਆ ਦੈਂਤਾਂ ਨੂੰ ਵੇਖਿਆ ਤਾਂ ਉਹਨਾਂ ਰਾਖਸ਼ਾਂ ਦੀ ਭੀੜ ਦੁਸ਼ਟ ਦਮਨ ਦੇ ਰੂਪ ਦੇ ਵਿੱਚ ਮਾਰ ਕੇ ਵਿਦਾਰ ਦਿੱਤੀ, ਖਤਮ ਕਰ ਦਿੱਤੀ, ਜਾਂ ਚੰਡੀ ਦੇ ਰੂਪ ਦੇ ਵਿੱਚ ਆਪਨੇ ਹੀ ਸ਼ਕਤੀ ਵਰਤਾਈ। ਪ੍ਰਹਿਲਾਦ ਮੋਚਨ ਬਿਲੋਚਨ ਸੋ ਪੁੰਡਰੀਕ। ਇਹ ਮਹਾਰਾਜ ਆਪਨੇ ਭਗਤ ਪ੍ਰਹਿਲਾਦ ਨੂੰ ਹਰਨਾਕਸ਼ ਦੀਆਂ ਨੌਂਦਰਾਂ ਤੋਂ ਬਚਾਉਣਾ ਕੀਤਾ ਤੇ ਆਪ ਦੀਆਂ ਨੌਂਦਰਾਂ ਨਾਲ ਉਹਦਾ ਜਿਹੜਾ ਪੇਟ ਸੀਗਾ ਉਹਨੂੰ ਪਾੜ ਸੁੱਟਿਆ। ਇਸ ਤਰ੍ਹਾਂ ਉਹਦੀ ਰਕਸ਼ਾ ਕੀਤੀ। ਉਚ ਬਾਲਮੀਕ ਜਸ ਸੋਜ ਕੀਓ ਚਾਰੋ ਹੋ। ਅਤੇ ਬਾਲਮੀਕ ਨੀਵੀਂ ਜਾਤ ਦਾ ਸੀਗਾ ਤੇ ਉਹਨੂੰ ਬੜਾ ਪ੍ਰਗਟ ਕਰਕੇ ਤੇ ਉਹਦਾ 4 ਕੁੰਡਾਂ ਦੇ ਵਿੱਚ ਜਸ ਫੈਲਾ ਦਿੱਤਾ। ਵੇਖੋ ਉਹਦੇ ਕਰਕੇ ਜਗ ਸੰਪੂਰਨ ਹੋਇਆ ਤੇ ਉਹਨੇ ਰਮਾਇਣ ਲਿਖੀ। ਗਨਕਾਗਿਨੀ ਹੈ ਕੌਣ ਤੀਰਥ ਪਰਸ ਆਈ। ਜਿਹੜੀ ਗਣਕਾ ਇੱਕ ਵੇਸਵਾ ਸੀਗੀ ਉਹ ਕਿਹੜੇ ਤੀਰਥਾਂ ਨੂੰ ਪਰਸ ਕੇ ਆਈ ਸੀ? ਉਹ ਰਾਮ ਦਾ ਨਾਮ ਜਪਣ ਕਰਕੇ ਤੂੰ ਪਵਿੱਤਰ ਕਰ ਦਿੱਤੇ। ਜੈਸਾ ਏ ਉਧਾਰੇ ਤੈਸੇ ਮੋਹੇ ਕੋ ਉਧਾਰੇ ਹੋ। ਜਿਸ ਤਰ੍ਹਾਂ ਇਹਨਾਂ ਦਾ ਆਪਨੇ ਉਧਾਰ ਕੀਤਾ ਇਸੇ ਤਰ੍ਹਾਂ ਮੈਨੂੰ ਵੀ ਤੁਸੀਂ ਕਿਰਪਾ ਕਰਕੇ ਉਧਾਰ ਦਿਓ ਜੀ। ਸਤਿਗੁਰੂ ਜੀ ਬਲਵੰਡ ਦੀ ਬੇਨਤੀ ਸੁਣ ਕੇ ਕਹਿਣ ਲੱਗੇ ਕਿ ਹੇ ਬਲਵੰਡ, ਤੂੰ ਹੀ ਆਪਣੇ ਭਰਾ ਵਾਂਗ ਵਾਹਿਗੁਰੂ ਦਾ ਜਸ ਕਰਿਆ ਕਰ, ਕੀਰਤਨ ਦੁਆਰਾ ਸੰਗਤਾਂ ਨੂੰ ਸੁਣਾਇਆ ਕਰ। ਗੁਰੂ ਘਰ ਦੀ ਇਹ ਮਰਿਆਦਾ ਹੀ ਹੈ, ਹਰੇਕ ਨੂੰ ਇਹੀ ਉਪਦੇਸ਼ ਦਿੱਤਾ ਜਾਂਦਾ। ਜਗਰਾਉਂ ਦੇ ਕੋਲ ਭਿੰਡਰਾ ਪਿੰਡ ਹੈ, ਭਿੰਡਰਾ। ਬਾਬਾ ਸੁੰਦਰ ਸਿੰਘ ਜੀ ਉਸੇ ਨਗਰ ਦੇ ਹੋਏ ਨੇ ਜਿਨ੍ਹਾਂ ਨੇ ਆਪ ਦੀ ਜ਼ਮੀਨ ਵਿੱਚ ਗੁਰਦੁਆਰਾ ਸਾਹਿਬ ਬਣਾਇਆ, ਅਕਾਲ ਕੁਟੀਆ। ਹੁਣ ਉਹਦਾ ਨਾਮ ਹੈ ਗੁਰਦੁਆਰਾ ਅਖੰਡ ਪ੍ਰਕਾਸ਼ ਭਿੰਡਰ ਕਲਾਂ। 100 ਦੇ ਕਰੀਬ ਸਿੰਘ ਉਹ ਰੱਖਦੇ। ਕਈ ਵਾਰ ਵਿਚਰਦਿਆਂ ਹੋਇਆਂ ਉੱਥੇ ਵੀ ਉਹਨਾਂ ਦੀ ਸੇਵਾ ਸੰਭਾਲ ਕਰਦੇ। ਕਥਾ ਕੀਰਤਨ ਦੇ ਦੁਆਰਾ ਸੰਗਤਾਂ ਦੇ ਵਿੱਚ ਗੁਰੂ ਮਹਾਰਾਜ ਦਾ ਪ੍ਰਚਾਰ ਕਰਿਆ ਕਰਦੇ। ਉੱਥੋਂ ਦੇ ਮਿਸਤਰੀ ਨੇ, ਮਿਸਤਰੀ ਹੁਣ ਤਾਂ ਕਾਫੀ ਨੇ ਉੱਥੇ। ਮਹਿੰਦਰ ਸਿੰਘ ਦੇ ਦਾਦੇ ਪੜਦਾਦੇ, ਮਿਸਤਰੀ ਮਹਿੰਦਰ ਸਿੰਘ ਦੇ ਦਾਦੇ ਪੜਦਾਦੇ ਬਾਬਾ ਸੁੰਦਰ ਸਿੰਘ ਜੀ ਦੇ ਕੋਲ ਆਏ। ਕਹਿੰਦੇ ਬਾਬਾ ਜੀ ਸਾਡਾ ਗੁਜ਼ਾਰਾ ਨਹੀਂ ਚੱਲਦਾ। ਮਿਸਤਰੀਆਂ ਦਾ ਕੰਮ ਕੀ ਹੁੰਦਾ? ਕਿਸੇ ਦੀ ਗੁੱਲੀ ਕੱਢ ਦੇਣੀ, ਕਿਸੇ ਦਾ ਡੰਡਾ ਕੱਢ ਦੇਣਾ, ਕਿਸੇ ਦੀ ਦਾਤੀ ਦੇ ਦੰਦੇ ਕੱਢ ਦੇਣੇ। ਤੇ ਪੁਰਾਣੇ ਸਾਡੇ ਕੋਲ ਜੱਟਾਂ ਕੋਲ ਪੈਸੇ ਕਿੱਥੇ ਹੁੰਦੇ ਸੀ? ਅਗਲੇ ਨੇ ਕਹਿਣਾ ਕੋਈ ਨਹੀਂ ਤੂੰ ਕੰਮ ਕਰੀ ਜਾ ਸਾਡਾ, 6 ਮਹੀਨਿਆਂ ਬਾਅਦ ਦਾਣੇ ਹੋਣਗੇ ਤੇ ਦਾਣਾ ਫੱਕਾ ਤੂੰ ਆਪਦਾ ਸਰਦਾ ਪੁਰਦਾ ਲੈ ਲਈ ਭਾਈ। 6 ਮਹੀਨਿਆਂ ਬਾਅਦ ਦਾਣੇ ਮਿਲਣੇ, ਝੋਨਾ ਕਣਕ ਆਦਿਕ। ਤੇ ਮਾਇਆ ਕਿੱਥੇ ਹੱਥ ਆਉਂਦੀ ਸੀਗੀ? ਉਹੀ ਮਾੜਾ ਮੋਟਾ ਦੁਕਾਨ ਦੇ ਸੁੱਟ ਛੱਡ ਕੇ ਆਪਦਾ ਕਰਜ਼ਾ ਲਾਉਣਾ, ਸੌਦਾ ਪਤਾ ਉਸੇ ਨਾਲ ਹੀ। ਅਸੀਂ ਦਾਣੇ ਲੈ ਕੇ ਬਰਫ ਵਾਲੇ ਕੋਲੇ ਕੁਲਫੀਆਂ ਤੇ ਤਾਂਬਾ ਉਹ ਕੱਢ ਕੇ ਬਲਬਾਂ ਚੋਂ ਤੇ ਵੇਚ ਕੇ ਪਤੀਸਾ ਖਾਂਦੇ ਰਹੇ। ਪੈਸਾ ਥੋੜ੍ਹਾ ਮਿਲਦਾ ਸੀਗਾ, 10 ਪੈਸੇ 5 ਪੈਸੇ ਦੁੱਖੀ ਤਿੱਖੀ। ਪੁਰਾਣਾ ਸਮਾਂ ਕੁਝ ਇਸ ਤਰ੍ਹਾਂ ਦਾ ਸੀ। ਕਹਿੰਦੇ ਬਾਬਾ ਜੀ ਭੁੱਖੇ ਮਰਦੇ ਆ, ਰੋਟੀ ਜੋਗੇ ਵੀ ਪੈਸੇ ਗੁਜ਼ਾਰਾ ਨਹੀਂ ਚੱਲਦਾ, ਕਿਰਪਾ ਕਰੋ। ਮਹਾਂਪੁਰਖ ਦਮਦਮੀ ਟਕਸਾਲ ਦੇ 11ਵੇਂ ਵਿਖੇ ਬਾਬਾ ਸੁੰਦਰ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਕਹਿਣ ਲੱਗੇ ਗੁਰਮੁਖੋ ਗੁਰਦੁਆਰੇ ਦਾ ਕੰਮ ਕਰਿਆ ਕਰੋ। ਕਹਿੰਦੇ ਦੱਸੋ ਜੀ? ਕਹਿੰਦੇ ਅੰਮ੍ਰਿਤ ਸੰਚਾਰ ਹੁੰਦਾ ਹੈ, ਸਿੰਘ ਗਾਤਰੇ ਕਿਰਪਾਨਾਂ ਪਾਉਂਦੇ ਨੇ, ਤੁਸੀਂ ਸਿੰਘਾਂ ਨੂੰ ਕਿਰਪਾਨਾਂ ਬਣਾ ਕੇ ਦਿਆ ਕਰੋ, ਇੱਥੇ ਦੁਕਾਨ ਲਾ ਲਿਆ ਕਰੋ, ਜੋ ਤੁਹਾਡਾ ਸਰਦਾ ਬਣਦਾ ਮਾਇਆ ਧੇਲਾ ਸਿੰਘ ਤੁਹਾਨੂੰ ਦੇ ਦਿਆ ਕਰਨਗੇ ਤੇ ਕਿਰਪਾਨਾਂ ਬਣਾਉਣ ਦਾ ਕੰਮ ਸ਼ੁਰੂ ਕਰੋ। ਛੋਟੀਆਂ ਗਾਤਰੇ ਵਾਲੀਆਂ ਕਿਰਪਾਨਾਂ ਉਹ ਜਿਉਂ ਬਣਾਉਣੀਆਂ ਸ਼ੁਰੂ ਕੀਤੀਆਂ। ਅੱਜ ਉਹਨਾਂ ਦੀ ਇੰਨੇ ਵਾਰੇ ਨਿਆਰੇ ਨੇ, ਕੋਈ 10-15 ਹਜ਼ਾਰ ਤੋਂ ਘੱਟ ਤਾਂ ਕਿਰਪਾਨ ਦਿੰਦੇ ਹੀ ਨਹੀਂ। 25-25 30-30 35-35 ਹਜ਼ਾਰ ਦੀਆਂ ਛੋਟੀਆਂ ਕਿਰਪਾਨਾਂ ਗਾਤਰੇ ਵਾਲੀਆਂ। ਉਹਨਾਂ ਦਾ ਨਾਮ ਹੈ ਟਕਸਾਲੀ। ਕਈ ਸਾਨੂੰ ਬੁਰਾ ਕਹਿੰਦੇ ਨੇ,
ਭੰਡਦੇ ਨੇ ਵੀ ਵੇਖੋ ਟਕਸਾਲੀਆਂ ਨੇ ਕਿੰਨੇ ਰੇਟ ਵਧਾਏ ਹੋਏ ਨੇ। ਟਕਸਾਲੀ ਦਾ ਮਤਲਬ ਦਮਦਮੀ ਟਕਸਾਲ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਨਹੀਂ। ਟਕਸਾਲੀ ਮੀਨਿੰਗ ਜਿਹਦੇ ਚੀਜ਼ ਘੜੀ ਜਾਏ, ਹੱਥਾਂ ਦੇ ਨਾਲ ਚੀਜ਼ ਬਣਾਈ ਜਾਏ। ਉਹ ਕਿਰਪਾਨਾਂ ਹੱਥਾਂ ਨਾਲ ਬਣਾਉਂਦੇ ਨੇ। ਅੱਜ ਕੱਲ੍ਹ ਤਾਂ ਮਸ਼ੀਨਾਂ ਵੀ ਵਰਤਣ ਲੱਗ ਪੈਂਦੇ। ਮਤਲਬ ਬਣੀਆਂ ਮਹਿੰਦਰ ਸੋ ਮਿਸਤਰੀ ਦੀਆਂ ਹੁੰਦੀਆਂ ਨੇ, ਟਕਸਾਲ ਦੀਆਂ ਨਹੀਂ। ਉਹ ਨਾਮ ਟਕਸਾਲੀ ਹੈ, ਗੁਰਦੁਆਰੇ ਦੀਆਂ ਨਹੀਂ। ਉਹ ਮਿਸਤਰੀਆਂ ਨੂੰ ਵਰ ਹੋਇਆ ਮਹਾਂਪੁਰਖਾਂ ਦਾ। ਤੇ ਲੋਕ ਬਾਹਰਲੇ ਦੇਸ਼ਾਂ ਦੇ ਲੈਣ 'ਚ ਲੱਗੇ ਹੁੰਦੇ ਨੇ। ਸਾਡੇ ਵਰਗੇ ਗਰੀਬਾਂ ਦੀ ਵਾਰੀ ਕਿੱਥੋਂ ਆਉਂਦੀ ਹੈ? ਅਗਲੇ ਪਹਿਲਾਂ ਹੀ ਕਹਿੰਦੇ ਵੀ ਚੁੱਕੋ 50,000 ਰੁਪਈਆ ਤੇ ਸਾਨੂੰ ਪਹਿਲੇ ਨੰਬਰ ਦੀ ਕਿਰਪਾਨ ਬਣਾ ਕੇ ਦਿਓ। ਇੰਨੇ ਉਹਨਾਂ ਦੀ ਚੜ੍ਹਦੀ ਕਲਾ ਬਾਰੇ ਨਿਆਰੇ ਨੇ। ਮਤਲਬ ਗੁਰੂ ਘਰ ਦੇ ਵਿੱਚ ਘਾਟਾ ਕੋਈ ਨਹੀਂ, ਲਾਭ ਹੀ ਲਾਭ ਹੈ। ਇਹ ਬੰਦੇ ਦੇ ਮਨ 'ਚ ਭੁਲੇਖਾ ਹੈ ਵੀ ਸ਼ਾਇਦ ਮੈਨੂੰ ਘਾਟਾ ਪੈ ਰਿਹਾ। ਵੱਡੇ ਮਹਾਂਪੁਰਖ ਜਿਹੜਾ ਵੀ ਕੋਈ ਆਉਂਦਾ ਕਹਿੰਦੇ ਭਾਈ ਕਥਾ ਸਿੱਖੋ, ਕੀਰਤਨ ਕਰਿਆ ਕਰੋ, ਕਥਾ ਕਰਿਆ ਕਰੋ। ਤੋ ਜੋ ਜੋ ਵੀ ਮਹਾਂਪੁਰਖਾਂ ਦੀ ਬਖਸ਼ਿਸ਼ ਪ੍ਰਾਪਤ ਹੋਈ ਗੁਰਮੁਖ, ਕੋਈ ਅਮਰੀਕਾ, ਕੋਈ ਕੈਨੇਡਾ, ਸਭਨਾਂ ਦੀਆਂ ਚੜ੍ਹਦੀਆਂ ਕਲਾ ਨੇ। ਮੇਰੇ ਵੇਖਣ ਦੇ ਵਿੱਚ ਇੱਕ ਧੀਰਾ ਰਾਗੀ ਹੁੰਦਾ ਸੀ। ਧੀਰਾ ਰਾਗੀ ਭਾਈ ਰਣਧੀਰ ਸਿੰਘ ਜੀ। ਜਿੰਨਾ ਚਿਰ ਮੈਂ ਰਿਹਾ ਉਹਨਾਂ ਚਿਰ ਜਥੇ 'ਚ ਕੀਰਤਨ ਕਰਦਾ ਰਿਹਾ। ਉਸ ਤੋਂ ਬਾਅਦ ਹਰਿਮੰਦਰ ਸਾਹਿਬ ਦੇ ਵਿੱਚ ਉਹਦੀ ਚੜ੍ਹਦੀ ਕਲਾ ਰਹੀ। ਜਦ ਮੈਂ ਅਮਰੀਕਾ ਗਿਆ, ਗੁਰਦੁਆਰਾ ਸਿੰਘ ਸਭਾ ਸਿਆਟਲ ਰੈਂਟਨ, ਤਾਂ ਉੱਥੇ ਉਹਨੇ ਕਈ ਵਾਰ ਹਫ਼ਤੇ 10-15 ਦਿਨਾਂ ਬਾਅਦ ਆਉਣਾ ਤੇ ਕਹਿਣਾ ਵੀ ਕੀਰਤਨ ਦਾ ਟਾਈਮ ਦਿਓ, ਭੇਟਾ ਕੋਈ ਨਹੀਂ ਲੈਣੀ। ਜਿੰਨੇ ਵਾਜੇ ਦੇ ਪੈਸੇ ਉਹਨੇ ਸਾਰੇ ਚੁੱਕ ਕੇ ਗੋਲ ਕੇ ਸੁੱਟ ਦੇਣੇ ਵੀ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਹੋਈ ਹੈ, 1 ਰੁਪਈਆ ਵੀ ਗੁਰਦੁਆਰੇ ਤੋਂ ਨਹੀਂ ਲੈਣਾ। ਪਰ ਕੀਰਤਨ ਇੰਨਾ ਸੋਹਣਾ, ਅੱਖਾਂ ਬੰਦ ਕਰਕੇ ਜਿੰਨਾ ਚਿਰ ਕਰਨਾ, ਮਜਾ ਲੈ ਕੇ ਉੱਠ ਕੇ ਚਲਾ ਜਾਏ। ਸਭਨਾਂ ਦੇ ਦਿਲ ਆਪਦੀ ਮੁੱਠੀ 'ਚ ਰੱਖਣੇ। ਇੰਨੀ ਮਹਾਰਾਜ ਦੀ ਕਿਰਪਾ ਕੀਰਤਨੀਆਂ ਦੇ ਉੱਪਰ। ਤੇ ਜਿਨ੍ਹਾਂ ਆਸਾ ਦੀ ਵਾਰ ਲਾਈ ਹੈ, ਮੇਰੇ ਵੇਖਦੇ ਆ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼, ਉਹ ਸਾਰੇ ਚੜ੍ਹਦੀ ਕਲਾ ਦੇ ਵਿੱਚ ਨੇ। ਇਹ ਗੁਰੂ ਘਰ ਦੀ ਬਖਸ਼ਿਸ਼ ਹੈ, ਇੱਥੇ ਘਾਟਾ ਕੋਈ ਨਹੀਂ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨੂੰ ਵੀ ਹੁਕਮ ਕੀਤਾ ਕਿ ਤੂੰ ਵੀ ਵਾਹਿਗੁਰੂ ਦਾ ਜਸ ਕੀਰਤਨ ਦੁਆਰਾ ਸੰਗਤਾਂ ਨੂੰ ਸੁਣਾਇਆ ਕਰ। ਜਿਸ ਤਰ੍ਹਾਂ ਤੇਰੇ ਭਰਾ ਦੀ ਚੜ੍ਹਦੀ ਕਲਾ ਹੋਈ, ਤੇਰੇ ਵੀ ਦੁੱਖ ਦੂਰ ਹੋਣਗੇ। ਕਿਉਂਕਿ ਤੁਹਾਡੀ ਸ਼ੁਰੂ ਤੋਂ ਹੀ ਗੁਰੂ ਘਰ ਨਾਲ ਸਾਂਝ ਚੱਲੀ ਆ ਰਹੀ ਹੈ। ਪਹਿਲੇ ਸਤਿਗੁਰਾਂ ਦੀ ਹਜ਼ੂਰੀ 'ਚ ਭਾਈ ਮਰਦਾਨਾ ਜੀ ਕੀਰਤਨ ਕਰਦੇ ਹੁੰਦੇ ਸੀ। ਦੂਸਰੇ ਗੁਰਾਂ ਵੇਲੇ ਭਾਈ ਦਾਨਾ ਕੀਰਤਨ ਕਰਦਾ ਸੀ। ਤੀਸਰੇ ਤੇ ਚੌਥੇ ਗੁਰਾਂ ਵੇਲੇ ਭਾਈ ਦਾਲਾ ਰਬਾਬੀ ਕੀਰਤਨ ਕਰਦਾ ਸੀ। ਹੁਣ ਤੁਸੀਂ ਕੀਰਤਨ ਕਰਨ ਲਈ ਆ ਗਏ ਹੋ। ਸਤਿਗੁਰਾਂ ਦਾ ਹੁਕਮ ਮੰਨ ਕੇ ਬਲਵੰਡ ਨੇ ਸਤਿਗੁਰਾਂ ਦੇ ਅੱਗੇ ਸੀਸ ਨਿਵਾਇਆ। ਸਤਿਗੁਰਾਂ ਨੇ ਲੋੜਾਂ ਪੂਰੀਆਂ ਕਰਨ ਦਾ ਪ੍ਰਬੰਧ ਕਰ ਦਿੱਤਾ ਹੈ। ਤੇ ਬਲਵੰਡ ਆਪਣੇ ਭਰਾ ਸੱਤੇ ਨਾਲ ਰਲ ਕੇ ਦੀਵਾਨ ਵਿੱਚ ਗੁਰਬਾਣੀ ਦਾ ਕੀਰਤਨ ਕਰਨ ਲੱਗਿਆ। ਸਤਿਗੁਰੂ ਜੀ ਨੇ ਸਰੰਦੇ ਦਾ ਸਾਜ਼ ਆਪ ਵਿਅੰਤਿਆ ਤੇ ਬਣਾਇਆ ਸੀ। ਦੀਵਾਨ ਵਿੱਚ ਸਤਿਗੁਰੂ ਨਾਨਕ ਦੇਵ ਜੀ ਦਾ ਬਣਾਇਆ ਰਬਾਬ ਤੇ ਪੰਚਮ ਪਾਤਸ਼ਾਹ ਜੀ ਦਾ ਸਰੰਦਾ ਤੇ ਜੋੜੀ ਵਜਿਆ ਕਰਦੀ ਸੀ। ਸਰੰਦਾ ਗੁਰੂ ਅਰਜਨ ਸਾਹਿਬ ਨੇ ਆਪ ਬਣਾਇਆ ਤੇ ਆਪ ਮਹਾਰਾਜ ਵਜਾਉਣ ਦੇ ਮਾਹਰ ਸੀਗੇ। ਬਲਵੰਡ ਨੇ ਸਰੰਦੇ ਨੂੰ ਇਸ ਸੁੰਦਰਤਾ ਨਾਲ ਵਜਾਇਆ ਕਿ ਗੁਰੂ ਜੀ ਪ੍ਰਸੰਨ ਹੋ ਗਏ। ਇਹਦੀ ਪੰਡਤਾਈ, ਸੰਗਤ ਵਿੱਚ ਪ੍ਰਵੀਨਤਾ ਤੇ ਮਿੱਠੀ ਸੁਰ ਤੇ ਪ੍ਰਸੰਨ ਹੋ ਕੇ ਸਤਿਗੁਰਾਂ ਨੇ ਬਲਵੰਡ ਨੂੰ ਰਾਏ ਦਾ ਖਿਤਾਬ ਦਿੱਤਾ। ਰਾਏ ਦਾ, ਰਾਏ ਕਹਿੰਦੇ ਨੇ ਪਾਤਸ਼ਾਹ ਨੂੰ, ਰਾਜੇ ਨੂੰ। ਸੋ ਗੁਰੂ ਘਰ ਦੇ ਕੀਰਤਨੀਆਂ ਨੂੰ ਮਹਾਰਾਜ ਨੇ ਪਾਤਸ਼ਾਹ ਕਹਿ ਕੇ ਨਵਾਜਿਆ। ਅੱਗੋਂ ਤੋਂ ਬਲਵੰਡ ਦੀ ਥਾਂ ਰਾਏ ਬਲਵੰਡ ਕਹਿ ਕੇ ਬੁਲਾਉਣ ਲੱਗੇ। ਸਤਿਗੁਰੂ ਜੀ ਦੇ ਪਿਆਰ ਤੇ ਦਇਆ ਦ੍ਰਿਸ਼ਟੀ ਕਰਕੇ ਸੰਗਤਾਂ 'ਚ ਦੋਵੇਂ ਭਰਾਵਾਂ ਦਾ ਜਸ ਹੋਣ ਲੱਗ ਪਿਆ। ਜੋ ਵੀ ਪ੍ਰੇਮੀ ਸਿੱਖ ਸਤਿਗੁਰਾਂ ਦੀ ਦੀਦਾਰ ਕਰਨ ਆਉਂਦਾ ਤੇ ਪਤਾ ਲੱਗਣ ਦੇ ਕਿ ਸਤਿਗੁਰੂ ਜੀ ਸੱਤੇ ਤੇ ਰਾਏ ਬਲਵੰਡ ਦੇ ਕੀਰਤਨ ਦੇ ਬਹੁਤ ਪ੍ਰਸੰਨ ਨੇ, ਤਾਂ ਉਹਨਾਂ ਨੂੰ ਵੀ ਸਤਿਕਾਰ ਦੇ ਕੇ ਕੁਝ ਭੇਟਾ ਸਿੱਖ ਦੇ ਦਿੰਦੇ। ਗੁਣ ਦੀ ਕਦਰ ਤੇ ਪਦਾਰਥਾਂ ਦੀ ਪ੍ਰਾਪਤੀ ਦਾ ਪਿਆਰ ਤਾਂ ਹਿਰਦੇ ਵਿੱਚ ਸੀ। ਇਹ ਦੋਵੇਂ ਚੀਜ਼ਾਂ ਸਤਿਗੁਰਾਂ ਦੀ ਕਿਰਪਾ ਕਰਕੇ ਸੱਤੇ ਤੇ ਰਾਏ ਬਲਵੰਡ ਨੂੰ ਮਿਲ ਰਹੀਆਂ ਸਨ। ਇਹ ਦੋਵੇਂ ਚੀਜ਼ਾਂ ਮਿਲਣ ਕਾਰਨ ਵੀ ਪੂਰਬਲੇ ਕਰਮਾਂ ਕਰਕੇ ਦੋਵੇਂ ਭਰਾ ਚੰਗਾ ਖਿਆਲ ਨਾ ਲਿਆਏ, ਸਗੋਂ ਇਹਨਾਂ ਦੀ ਮੱਤ ਮਾਰੀ ਗਈ ਤੇ ਗੁਣ ਦੀ ਹੰਗਤਾ ਕਰਨ ਲੱਗੇ। ਗੁਰੂ ਘਰ ਦੀਆਂ ਰੋਟੀਆਂ ਦੇ 3 ਕੰਮ ਕਰੇਨ, ਮੱਤ ਮਾਰਨ ਹੱਡ ਗਾਲਣ ਤੇ ਕੰਮ ਕਰਨ ਨਾ ਦੇਣ। ਜਿਹੜਾ ਬਾਣੀ ਨਾ ਪੜ੍ਹੇ, ਇੱਕ ਤਾਂ ਡਿਊਟੀ ਹੁੰਦੀ ਹੈ ਕਾਬ ਦਾ ਪਰਸਨਲ ਨਿਤਨੇਮ, ਸ਼ਰਧਾ ਭਾਵਨਾ ਪਿਆਰ ਵੀ ਹੋਣਾ ਚਾਹੀਦਾ ਥੋੜ੍ਹਾ ਬਹੁਤਾ।
सो गुरु साहब की बंदगी भगती करके आप दी अरदास भी करनी। तो इंज बहुती माया पदार्थ होने करके सुख लैन लग पे, बस आपदा ड्यूटी निभानी ते चढ़दी कला। गुणां दी हंगता करन लगे कि जे असीं राग विद्या गाउंदे आ तां ही संगतां ज़्यादा आउंदियां ने ते गुरु दा जस हुंदा है। जे असीं राग विद्या ना गाईए तां लोक इन्ने मोहत हो के गुरुद्वारे तरफ किवें तुर आउण ਅਤੇ ਲੰਗਰ ਇਮਾਰਤਾਂ ਦੇ ਸ਼ਹਿਰ ਵਿੱਚ ਆ ਕੇ ਲੋਕ ਕਿਵੇਂ ਵਸਦੇ ਜਾਣ। ਇਹ ਖਿਆਲ ਦੋਵੇਂ ਭਰਾਵਾਂ ਦੇ ਅੰਦਰ ਹੀ ਘਰ ਕਰਦਾ ਰਿਹਾ, ਸੰਗਤਾਂ ਵਿੱਚ ਪ੍ਰਗਟ ਨਾ ਕੀਤਾ। ਕੁਝ ਸਮੇਂ ਬਾਅਦ ਇਹਨਾਂ ਦੀ ਛੋਟੀ ਭੈਣ ਦਾ ਵਿਆਹ ਆ ਗਿਆ। ਛੋਟੀਆਂ ਭੈਣਾਂ ਧੀਆਂ ਦੇ ਬਰਾਬਰ ਹੁੰਦੀਆਂ ਨੇ। ਦੋਵੇਂ ਭਰਾਵਾਂ ਨੇ ਵਿਚਾਰ ਕੀਤੀ ਕਿ ਭੈਣ ਦਾ ਵਿਆਹ ਇਸ ਤਰੀਕੇ ਨਾਲ ਕਰੀਏ ਕਿ ਇੱਕ ਵਾਰੀ ਲੱਗ ਪਤਾ ਜਾਏ ਦੁਨੀਆ ਨੂੰ, ਸਾਰੇ ਤਾਂਗ ਪੈ ਜਾਏ, क्योंकि असीं पंजवें पातशाह के दरबार के कीर्तनीय हाँ। जे असीं भैन का विआह चंगी तरह सज धज नाल ना कीता तां फिर संगतां साडी इज्जत किवें रहेगी। फिर इन्हां धन पदार्थ भी साडे कोल नहीं है जो भैन का विआह चंगे ठाट बाट नाल करीए। ते आखिर सोचदियां ये विचार फुरी कि पंजवें पातशाह के कोलों ही धन मंग लईए, उत्थे किसी चीज़ की की घाट है। ये विचार बना के दोवें भरा सतगुरां दे दरबार 'ਚ जा के बेनती कर लगे कि हे सतगुरु जी, साडी भैन दे विआह दा कारज नेड़े आ गया है, होर सारे विहार तां आप जी चलाई जांदे हो, विआहां शादियां दे मोटा माल चाहिदा, बहुते पैसे चाहिदे हुंदे ने, हुण सानूं साडी भैन दे विआह वास्ते कुछ माया चाहिदी है तां जो असीं पूरे धूम धड़के नाल भैन दे विआह दा कारज करिए। सतगुरु जी कहण लगे, हे प्यारिओ, तुसीं गुरु घर दे कीर्तनीय हो ते जिन्ना मंगोगे असीं उन्ना ही तुहानूं दे देवांगे, तुसीं दसो कि तुहानूं किन्ना पैसा चाहिदा। दोवां ने इशारे नाल विचार कीते कि जे असीं अपने मूँह तो मंग के लवांगे तां हो सकदा है कि इन्ना धन सतगुरु जी देण भावें ना देण, गिण के देण दे नाल थोड़ा महसूस हुंदा क्यों ना होवे विसाखी वाले दिन दी सारी भेटां ही मंग लईए। जिन्ना चढ़ावा श्री गुरु अर्जन देव जी के चरणों में चढ़े तो सारे सारे मंग लईए। वैसे चढ़ावा जहर मनना चाहिए, कल्ले बंदे लई जहर की तरह है। संगत की जे चढ़ावे की माया संगत ही वरती जाए तो सुख रहिंदा है, जे कल्ले की निगाह खराब हो जाए फिर उसका जीवन बर्बाद हो जाता है। मसंदा नूं महाराज गुरु गोबिंद सिंह ने इसलिए साड़िया सीगा कि वह चढ़ावा चुकण के आदी हो गए सन, इस करके उन्हों का बेड़ा बह गया सीगा। वो संगतां नूं झिड़कां देण लग पे, संगतां नूं दुखी तंग परेशान करन लग पे, उन्हों की बोल बाणी चंगी नहीं सी रही। माया धारिया तन्ना बोला हो गए, शब्द ना सुनी बरोल कचोड़ा, ना कीर्तन सुनना, ना कथा सुननी, ना सेवा करनी, भांडे मांजने ते समझना भी आपां दा मुखी बन गए। गुरु की उम्र छोटी है, अज तां बुढ़े आ, बजुर्ग आ। महाराज नूं भी वो एवें ही समझते सीगे ते जो माया धेला पहला आपदे घर नूं देना, माड़ा मोटा कोई धेली पौड़ी गुरुद्वारे चढ़ा देनी। ते इंज फिर महाराज ने उन्होंने चंगी तरह मत दी, फड़ फड़ के ते कड़ाही दे विच सुट्टिया। वो अजे भी देहरादून कड़ाया पिया होया है। इंज इन्हां दा ध्यान चढ़ावे च हो गया, जो माड़ी गल सीगी। इउं विचार बना के कहन लगे कि सतगुरु जी, असीं इउं धन नहीं लैंदे, विसाखी का जोड़ मेला कुछ दिनों तक आ रहा है, उस दिन की सारी भेटा जिहड़ी तुहाडे चरणों 'च लोग चढ़ाउंदे ने वो सानूं चुक के दे दिओ, साडा कारज हो जाएगा। सतगुरु जी कहन लगे कि कदे संगत ज़्यादा आ जाती है, कदे संगत थोड़ी आउंदी है, तुसीं चढ़ावे की इच्छा ना रखो गुरमुखो, जो कुछ मंगना है वो मंग लवो, तुहानूं गुरु नानक साहब के दरबार विचों सब कुछ देंगे, शंका ना करो, मंगो तो सही। दोवें भरावां ने विसाखी वाले दिन का चढ़ावा फिर मंग लिया भी असीं तां चढ़ावा ही चुकना है। सतगुरु जी कहन लगे, ठीक है भाई, जिन्नी भेटा होई उन्नी तुसीं लै जाओ, पर विसाखी वाले दिन कुदरती रब वालों ही 100 रुपया भेटा हुई सारी। सतगुरां ने संध्या के वक्त दोवें भरावां नूं अपने कोल बुला के कहा ये भेटा लै जाओ। इन्होंने 100 रुपया लैण तो इनकार कर दिता। वैसे जे वो भी लै लेंदे 100 रुपया
ਤੇ ਕਹਿੰਦੇ ਮਹਾਰਾਜ ਵੀ ਕਿਰਪਾ ਕਰੋ, ਅਸੀਂ ਗਰੀਬ ਬੰਦੇ ਆ, ਵੀ ਚੜਾਵਾ ਤਾਂ ਵੇਖੋ ਥੋੜਾ ਹੋਇਆ ਹੈ, 100 ਰੁਪਏ ਨਾਲ ਸਾਡਾ ਕੰਮ ਨਹੀਂ ਹੋਣਾ, ਤੇ ਤੁਸੀਂ ਮਹਾਰਾਜ ਆਪਦੇ ਕੋਲੋਂ ਕੁਝ ਹੋਰ ਦੇ ਦਿਓ। ਤੇ ਮਹਾਰਾਜ ਨੇ ਦੇ ਕੇ ਤੇ ਨਾਲ ਪਿਆਰ ਵੀ ਕਰਨਾ ਸੀਗਾ, ਬਖਸ਼ਿਸ਼ਾਂ ਕਰਨੀਆਂ ਸੀਗੀਆਂ ਜੇ ਮੰਗ ਲੈਂਦੇ। ਤੇ ਪਰ ਇਹ ਕਹਿੰਦੇ ਵੀ ਆਪਾਂ ਤਾਂ ਨਹੀਂ ਲੈਣਾ, ਅਸੀਂ ਕੀ ਲੜਕੀ ਦਾ ਵਿਆਹ ਕਰਾਂਗੇ, ਕੀ ਖਾਵਾਂਗੇ, ਕੀ ਖਵਾਵਾਂਗੇ। ਸਤਿਗੁਰੂ ਜੀ ਤਾਂ ਉਹਨਾਂ ਦੇ ਗੁਣ ਦੀ ਕਦਰ ਕਰਦੇ ਸੀ। ਉਹ ਦੋਵੇਂ ਸਮਝ ਗਏ ਕਿ ਸਾਡੇ ਕੀਰਤਨ ਕਰਨ ਕਰਕੇ ਹੀ ਗੁਰੂ ਦਾ ਜਸ ਹੋ ਰਿਹਾ। ਸਤਿਗੁਰੂ ਜੀ ਤਾਂ ਸੰਸਾਰ 'ਚ ਭੈੜੀਆਂ ਰਸਮਾਂ ਨੂੰ ਰੋਕਣ ਵਾਲੇ ਕਦ ਪਸੰਦ ਕਰਦੇ ਸਨ, ਝੂਠੇ ਦਿਖਾਵੇ ਤੇ ਸੰਗਤਾਂ ਗੁਰੂ ਘਰ ਦਾ ਪਦਾਰਥ ਖਰਚ ਹੋਵੇ। ਜਿਸ ਤਰ੍ਹਾਂ ਅੱਜ ਕੱਲ੍ਹ ਲੱਖਾਂ ਦੇ ਹਿਸਾਬ ਨਾਲ ਪੈਲਸ ਬੁੱਕ ਹੁੰਦੇ ਨੇ, ਕੱਚਾ ਝੱਤ ਦੇ ਕੇ ਤੇ ਟਾਈ ਲਾ ਕੇ, ਪੈਂਟ ਕੋਟ ਪਾ ਕੇ, ਬੂਟ ਸੂਟ ਪਾ ਕੇ ਆਪਾਂ ਚਲੇ ਜਾਂਦੇ, ਮਾਲਕ ਬਣ ਗਏ। ਬਹਿਰੇ ਬੂਰੇ ਪਤਾ ਨਹੀਂ ਮੁਸਲਮਾਨ ਹੁੰਦੇ ਨੇ, ਪਤਾ ਨਹੀਂ ਉਹਨਾਂ ਹੱਥ ਧੋਤੇ ਵੀ ਹੁੰਦੇ ਕਿ ਨਹੀਂ। ਤੇ ਉਹ ਮੇਰੇ ਸਾਹਮਣੇ ਇੱਕ ਦੀ ਮੈਂ ਸ਼ਿਕਾਇਤ ਲਾਈ, ਮੈਂ ਕਿਹਾ ਬੀੜੀ ਪੀ ਰਿਹਾ। ਉਹਨੇ ਆ ਕੇ ਚਪੇੜਾਂ ਮਾਰੀਆਂ ਵੀ ਤੂੰ ਬੀੜੀ ਪੀਣਾ ਆ, ਦੱਸ, ਨਾਲੇ ਬਾਥਰੂਮ 'ਚ ਤੂੰ ਗੰਦ ਕਰ ਰਿਹਾ, ਤੇ ਨਾਲੇ ਇਹੀ ਹੱਥ ਉੱਥੇ ਲਾਏਗਾ ਜਾ ਕੇ। ਉਹ ਭਾਂਡੇ ਚੁੱਕਣ ਵਾਲੇ ਸੀਗੇ, ਵੇਸਟੇਜ ਤੋਂ ਸਭ ਗੰਦ ਮੰਦ ਵਰਤਦਾ। ਇਹਦੇ ਨਾਲੋਂ ਤਾਂ ਮੈਂ ਸੋਚਦਾ ਵੀ ਜਿਹੜਾ ਕੋਈ ਰੇਹੜੀ ਵਾਲਾ ਵਿਚਾਰਾ ਜਾਂ ਢਾਬੇ ਵਾਲਾ ਗਰੀਬ ਬੰਦੇ ਨੂੰ 4 ਪੈਸੇ ਦੇ ਕੇ ਉਹਦੇ ਕੋਲ ਕੁਝ ਖਾ ਲਓ, ਜਿਹੜਾ ਸਾਹਮਣੇ ਬਣਾ ਰਿਹਾ। ਆ ਜਿਹੜੇ 7 ਸਟਾਰ ਤੇ 5 ਸਟਾਰ ਤੇ ਵੱਡੇ ਵੱਡੇ ਆ ਜਿਹੜੇ ਰੈਸਟੋਰੈਂਟ ਨੇ, ਪੜਦੇ ਉਹਲੇ ਪਤਾ ਨਹੀਂ ਕੀ ਹੁੰਦਾ, ਕੀ ਵੱਢ ਟੁੱਕ ਕੇ ਖਵਾਈ ਜਾਣ, ਕੋਈ ਭਰੋਸਾ ਥੋੜ੍ਹਾ। ਆ ਜਿਹੜਾ ਨੌਨ ਵੈਜ ਹੈ, ਕੀ ਤਾਂ ਗਾਂ ਮਾਰ ਕੇ ਲਿਆਂਦੀ ਹੋਵੇ, ਮੱਝ ਮਾਰ ਕੇ, ਤੇ ਇਸ ਵਾਸਤੇ ਵੀ ਕੋਈ ਭਰੋਸਾ ਨਹੀਂ ਹੈ। ਪੈਸੇ ਦੀ ਬਰਬਾਦੀ ਹੋ ਰਹੀ ਹੈ। ਜਿੰਨਾ ਕੁਛ ਅਸੀਂ ਇਨਵਾਈਟ ਕਰਦੇ ਹਾਂ, ਜਿੰਨਾ ਕੁਛ ਬਣਾਉਂਦੇ ਆ, ਉਹਨਾਂ ਲੋਕ ਖਾਂਦੇ ਥੋੜ੍ਹੋ ਨੇ, ਅੱਧਾ ਵੇਸਟ ਹੁੰਦਾ, ਖੇ ਖਰਾਬ ਹੁੰਦਾ। ਤੇ ਇਸ ਲਈ ਆ ਲੋਕਡਾਊਨ ਦੇ ਵਿੱਚ ਤਾਂ ਬਹੁਤਾ ਹੀ ਭਲਾ ਹੋਇਆ। ਕਈ ਮੈਂ ਵੇਖੇ ਬੜੇ ਖੁਸ਼ ਆਏ ਗੁਰਦੁਆਰੇ, ਆਖੇ ਜੀ 4 ਕੁ ਬੰਦਿਆਂ ਨਹੀਂ ਤੇ ਥੋੜ੍ਹੇ ਪੈਸਿਆਂ ਨਹੀਂ ਸਭ ਕੁਛ ਹੋ ਗਿਆ। ਤੇ ਇਸ ਲਈ ਦੂਸਰਿਆਂ ਦਾ ਤਾਂ ਚੰਗਾ ਲੱਗਦਾ, ਜਦ ਆਪਦੇ ਸਿਰ ਤੇ ਪਏ ਫਿਰ ਪਤਾ ਲੱਗਦਾ ਵੀ ਕਿਸ ਤਰ੍ਹਾਂ ਹੁੰਦਾ ਹੈ। ਸਤਿਗੁਰੂ ਮਹਾਰਾਜ ਸੋਚਦੇ ਸੀਗੇ ਵੀ ਇੰਨਾ ਖਰਚੇ ਨਾ ਕਰਨ। ਕੁਦਰਤ ਰੱਬ ਵੱਲੋਂ ਹੀ ਸੰਗਤ ਦੀ ਮਾਇਆ ਖਰਚ ਹੁਣ ਬਚਾਉਣ ਵਾਸਤੇ ਪਰਮਾਤਮਾ ਨੇ 100 ਰੁਪਈਆ ਹੀ ਭੇਟਾ ਦਿੱਤੀ, ਤੇ ਉਹਨਾਂ ਨੂੰ ਬਹੁਤਾ ਪੈਸਾ ਨਾ ਮਿਲਿਆ ਤੇ ਉਹ ਤਿੜਕ ਹੋ ਗਏ। ਥੋੜ੍ਹੇ ਦਿਨ ਹੋਏ, ਸੱਤੇ ਬਲਵੰਡ ਵਰਗੇ ਗੁਣੀ ਵੀ ਦਲ ਦਲ ਰੋਲ ਰਹੇ ਸਨ, ਤੇ ਇਸ ਵੇਲੇ ਵੀ ਅਨੇਕਾਂ ਗਰੀਬ ਦੁੱਖ ਭਰ ਰਹੇ ਨੇ। ਜਿਸ ਧਨ ਨੂੰ ਸਤਿਗੁਰੂ ਜੀ ਦੁੱਖ ਦੂਰ ਕਰਨ ਲਈ, ਸੇਵਾ ਤੇ ਉਪਕਾਰ ਲਈ ਵਰਤਦੇ ਸੀ, ਉਹ ਧਨ ਥੋ ਸਿਰ ਲੱਗ ਰਿਹਾ ਸੀ। ਇਹਨਾਂ ਦੇ ਢੰਗ ਸਵਾਰਥ ਲਈ ਜਿੰਨਾ ਮੁਨਾਸਿਬ ਸੀ, ਇਹਨਾਂ ਨੂੰ ਰੱਬ ਨੇ ਦੇ ਦਿੱਤਾ। ਇਹਨਾਂ ਦੀ ਔਕਾਤ 100 ਰੁਪਈਏ ਦੀ ਸੀਗੀ, ਤੇ 100 ਰੁਪਈਆ ਮਹਾਰਾਜ ਨੇ ਦੇ ਦਿੱਤਾ। ਗੁਰੂ ਸਾਹਿਬ ਤਾਂ ਪਰਮਾਤਮਾ ਨੇ, ਇਹਨਾਂ ਨੂੰ ਤਾਂ ਭਾਵੇਂ ਕਰੋੜਾਂ ਅਰਬਾਂ ਰੁਪਈਆ ਵੀ ਤੁਸੀਂ ਦੇ ਦਿਓ ਤਾਂ ਬਰਬਾਦ ਨਹੀਂ ਹੋਊਗਾ, ਸਫਲ ਹੋਊਗਾ ਰੁਪਈਆ ਰੁਪਈਆ। ਕਿਉਂਕਿ ਇਹਨਾਂ ਨੇ ਸਰੋਵਰ ਬਣਾ ਦੇਣਾ, ਬੌਲੀ ਬਣਾ ਦੇਣੀ, ਲੰਗਰ ਚਲਾ ਦੇਣੇ, ਖੂਹ ਲਵਾ ਦੇਣਾ, ਬਾਗ ਲਵਾ ਦੇਣੇ। ਉਹਨਾਂ ਦੀ ਔਕਾਤ ਹੀ ਉਨੀ ਕੁ ਸੀਗੀ। ਉਹਨਾਂ ਭੰਗੜੇ ਭੁੰਗੜੇ ਪਾਉਣੇ ਸੀ, ਢੋਲ ਵਜਾਉਣਾ ਸੀਗਾ, ਤੇ ਰੱਬ ਨੇ 100 ਰੁਪਈਆ ਉਹਨਾਂ ਦੇ ਭਾਗਾਂ 'ਚ ਲਿਖਿਆ ਸੀਗਾ। ਗੱਲ ਤਾਂ ਭਾਗਾਂ ਦੀ ਆ। ਤੋ ਇਸ ਲਈ ਮਹਾਰਾਜ ਨੂੰ ਜਦ ਇਹਨਾਂ 100 ਰੁਪਈਆ ਸੁੱਟ ਦਿੱਤਾ, ਕਹਿੰਦੇ ਆਪਾਂ ਨਹੀਂ ਲੈਣਾ। ਮਾਰੇ ਕਹਿੰਦੇ ਗੁਰਮੁਖੋ ਧਨ ਨਾ ਮੋੜੋ, ਆਪਣਾ ਕੰਮ ਕਰੋ, ਮੋੜਨਾ ਚੰਗਾ ਨਹੀਂ ਹੁੰਦਾ। ਇਹ 100 ਰੁਪਈਆ ਉਹਨਾਂ ਦਿਨਾਂ ਦੇ ਵਿੱਚ ਲੱਖਾਂ ਦੇ ਬਰਾਬਰ ਸੀਗਾ। ਕਹਿੰਦੇ ਤੁਹਾਡਾ ਕੰਮ ਸੋਹਣਾ ਹੋ ਜਾਏਗਾ। ਤੋ ਗੁਰੂ ਘਰ ਦਾ ਰੁਪਈਆ ਵੀ ਲੱਖ ਦੇ ਬਰਾਬਰ ਹੁੰਦਾ, ਤੇ 100 ਤਾਂ 10 ਲੱਖ ਦੇ ਬਰਾਬਰ ਹੋਊਗਾ। ਤੁਹਾਡੀ ਉਦਾਰਤਾ ਕੀਰਤਨ ਵਿੱਚ ਹੈ, ਪ੍ਰੇਮਾ ਭਗਤੀ ਨਾਲ ਕਰੋ। ਜਸ ਦਾ ਦਾਤਾ ਵਾਹਿਗੁਰੂ ਆਪ ਹੈ। ਤੁਸੀਂ ਆਪ ਹੀ ਵਿਸਾਖੀ ਦੀ ਭੇਟਾ ਮੰਗੀ ਹੈ। ਅੱਜ ਤਾਂ ਪਹਿਲਾਂ ਹੀ ਕਿਹਾ ਸੀ, ਪਰ ਤੁਸੀਂ ਮੰਨੇ ਨਹੀਂ। ਤੁਹਾਡੀ ਪ੍ਰਾਲਬਧੀ ਐਸੀ ਹੈ। ਇਹ ਸੁਣ ਕੇ ਦੋਵੇਂ ਭਰਾ ਕਹਿਣ ਲੱਗੇ, ਤੁਸੀਂ ਸੰਗਤ ਨੂੰ ਮਾਇਆ ਚੜਾਉਣ ਤੋਂ ਰੋਕ ਦਿੱਤਾ ਕਿ ਅੱਜ ਭੇਟਾ ਮਰਾਸੀਆਂ ਨੂੰ ਦੇਣੀ ਹੈ, ਇਸ ਲਈ ਥੋੜ੍ਹੀ ਹਲਪੋ। ਸਤਿਗੁਰੂ ਜੀ ਕਹਿਣ ਲੱਗੇ, ਬਹੁਤੀਆਂ ਗੱਲਾਂ ਨਹੀਂ ਕਰੀਦੀਆਂ, ਤੇ ਸੰਕਲਪਾਂ ਵਿਕਲਪਾਂ 'ਚ ਆਪਦੇ ਮਨ ਨੂੰ ਨਾ ਰੋੜੋ। ਇਹ 100 ਰੁਪਈਆ ਲੈ ਲਓ। ਅਸੀਂ ਸੰਗਤ ਨੂੰ ਕਿਸੇ ਨੂੰ ਨਹੀਂ ਆਖਿਆ। ਜੇਕਰ ਹੋਰ ਚੀਜ਼ ਦੀ ਲੋੜ ਹੋਈ ਤਾਂ ਅਸੀਂ ਹਾਜ਼ਰ ਹਾਂ, ਉਹ ਵੀ ਭੇਜ ਦਿਆਂਗੇ। ਜਦ ਗੁਰੂ ਸਾਹਿਬ ਨੇ ਦੁਬਾਰਾ ਕਿਹਾ ਤਾਂ 100 ਰੁਪਈਆ ਤਾਂ ਨਾ ਲਿਆ, ਫੜ, ਪਰ ਮੂੰਹ ਆਪਦਾ ਵੱਟ ਲਿਆ। ਨਾਰਾਜ਼ ਹੋ ਕੇ ਗੁਰੂ ਸਾਹਿਬ ਦੀ ਨਿੰਦਿਆ ਕਰਦੇ ਹੋਏ ਘਰ ਨੂੰ ਚਲੇ ਗਏ।
ਤੇ ਰੁੱਸ ਕੇ ਬਹਿ ਗਏ ਤੇ ਕਹਿਣ ਲੱਗੇ ਜੇ ਗੁਰੂ ਸਾਡੇ ਕੰਮ ਨਹੀਂ ਆਇਆ ਤਾਂ ਅਸਾਂ ਵੀ ਗੁਰੂ ਤੋਂ ਕੀ ਲੈਣਾ। ਅੱਜ ਤੋਂ ਅਸੀਂ ਗੁਰੂ ਦਰਬਾਰ 'ਚ ਜਾਣਾ ਹੀ ਨਹੀਂ, ਆਪਣੇ ਘਰ 'ਚ ਹੀ ਬੈਠਾਂਗੇ। ਗੁਰੂ ਆਪਣੀ ਪੂਜਾ ਕਰਾਉਣ ਵਾਸਤੇ ਆਪ ਬੈਠਦਾ, ਸੰਗਤਾਂ 'ਚ ਪ੍ਰੇਮ ਅਸੀਂ ਪੈਦਾ ਕਰਦੇ ਹਾਂ, ਸੰਗਤਾਂ ਨੂੰ ਗੁਰੂ ਵੱਲ ਅਸੀਂ ਖਿੱਚਦੇ ਹਾਂ ਤੇ ਪਦਾਰਥਾਂ ਨੂੰ ਆਕਰਖ ਕਰਦੇ ਹਾਂ। ਅਸੀਂ ਮਰੇ ਰਹਿੰਦੇ ਹਾਂ ਤੇ ਗੁਰੂ ਨੇ ਸਾਡੀ ਕੱਖ ਵੀ ਕਦਰ ਨਹੀਂ ਪਾਈ। ਹੁਣ ਵੇਖਾਂਗੇ ਜਦੋਂ ਗੁਰੂ ਗੁਰਿਆਈ ਕਰ ਲਵੇਗਾ, ਅਸੀਂ ਜਿਸ ਸੋਢੀ ਦੇ ਅੱਗੇ ਸਾਜ ਖੋਲਾਂਗੇ ਉਸੇ ਨੂੰ ਗੁਰੂ ਬਣਾ ਦਿਖਾਵਾਂਗੇ। ਇਸ ਤਰ੍ਹਾਂ ਦੇ ਅਪਮਾਨਜਨਕ ਤੇ ਹਉਮੈ ਵਾਲੇ ਬਚਨ ਕਹਿ ਕੇ ਘਰ ਬੈਠ ਗਏ। ਦੂਸਰੇ ਦਿਨ ਜਦ ਦੀਵਾਨ ਵਿੱਚ ਕੀਰਤਨ ਕਰਨ ਲਈ ਨਾ ਆਏ ਤਾਂ ਸੰਗਤਾਂ ਦਾ ਟਾਈਮ ਟੇਬਲ ਜਦ ਟੁੱਟ ਜਾਏ, ਸੰਗਤਾਂ ਮਹਿਸੂਸ ਕਰਦੀਆਂ, ਤਾਂ ਸਤਿਗੁਰਾਂ ਨੇ ਭਾਈ ਗੁਰਦਾਸ ਜੀ ਨੂੰ ਉਹਨਾਂ ਦੇ ਘਰ ਸੱਦਣ ਵਾਸਤੇ ਭੇਜਿਆ, ਪਰ ਉਹ ਫਿਰ ਨਾ ਆਏ। ਸਗੋਂ ਕਹਿਣ ਲੱਗੇ ਵੇਖਿਆ ਅੱਜ ਪਤਾ ਲੱਗਿਆ ਗੁਰੂ ਨੂੰ, ਤੇ ਅੱਗੇ ਹੋਰ ਪਤਾ ਲੱਗੇਗਾ ਕਿ ਗੁਰੂ ਕੀ ਸੀ ਤੇ ਅਸੀਂ ਉਸ ਦੀ ਗੁਰਿਆਈ ਕਾਇਮ ਕਰਨ ਵਿੱਚ ਕੀ ਸੀ, ਕੀ ਰੋਲ ਨਿਭਾਇਆ। ਹੁਣ ਇਕੱਲੇ ਬੈਠੇ ਹੋਣਗੇ, ਸਿੱਖ ਕੋਈ ਆਇਆ ਨਹੀਂ ਹੋਣਾ। ਸਾਡੀ ਹੀ ਮਹਿਮਾ ਸੀ ਜਿਸ ਨੇ ਗੁਰੂ ਬਣਾ ਦਿੱਤਾ ਸੀ। ਅੱਜ ਮਹਿਮਾ ਕੌਣ ਕਰੇ ਤੇ ਗੁਰੂ ਕੌਣ ਬਣਾਏ। ਭਾਈ ਗੁਰਦਾਸ ਜੀ ਨੇ ਸਮਝਾਇਆ ਕਿ ਗੁਰਮੁਖੋ, ਇਹੋ ਜਿਹੇ ਅਪਮਾਨ ਤੇ ਹੰਗਤਾ ਵਾਲੇ ਬਚਨ ਸਰਬੱਗ ਅੰਤਰਜਾਮੀ ਗੁਰੂ ਨੂੰ ਨਹੀਂ ਕਹੀਦੇ। ਗੁਰੂ ਤੁਹਾਡੇ ਤੇ ਪ੍ਰਸੰਨ ਨੇ, ਇਸ ਗੱਲ ਦਾ ਲਾਭ ਉਠਾਓ, ਅਨਾਦਰ ਕਰਕੇ ਆਪਣਾ ਆਦਰ ਨਾ ਗਵਾਓ। ਇਹ ਸੁਣ ਕੇ ਵੀ ਉਹਨਾਂ ਨੇ ਕੋਈ ਪਰਵਾਹ ਨਾ ਕੀਤੀ ਤੇ ਭਾਈ ਗੁਰਦਾਸ ਜੀ ਨੂੰ ਜਵਾਬ ਦੇ ਦਿੱਤਾ ਕਿ ਅਸੀਂ ਨਹੀਂ ਆ ਸਕਦੇ। ਭਾਈ ਗੁਰਦਾਸ ਜੀ ਨੇ ਸਾਰੀ ਵਾਰਤਾ ਸਤਿਗੁਰਾਂ ਨੂੰ ਕਹਿ ਸੁਣਾਈ। ਖਿਮਾ ਸਰੂਪ ਸਤਿਗੁਰਾਂ ਨੇ ਆਪਣੇ ਪ੍ਰਤੀ ਅਪਮਾਨਜਨਕ ਸ਼ਬਦ ਸੁਣ ਕੇ ਕੁਝ ਨਹੀਂ ਆਖਿਆ। ਉਹ ਜਨੇ ਕੋਈ ਨਹੀਂ, ਜਿਸ ਤਰ੍ਹਾਂ ਦੇ ਬੰਦੇ ਦੀ ਔਕਾਤ ਉਸ ਤਰ੍ਹਾਂ ਦਾ ਹੀ ਬੋਲੂਗਾ, ਕੋਈ ਗੱਲ ਨਹੀਂ। ਸਗੋਂ ਮੁਸਕਰਾ ਕੇ ਬਾਬਾ ਬੁੱਢਾ ਜੀ ਨੂੰ ਕਹਿਣ ਲੱਗੇ ਤੁਸੀਂ ਸੱਤੇ ਤੇ ਰਾਏ ਬਲਵੰਡ ਨੂੰ ਬੁਲਾ ਕੇ ਲਿਆਓ। ਅਸੀਂ ਸ਼ਬਦ ਦੇ ਰਸੀਏ ਹਾਂ, ਸ਼ਬਦ ਦੇ ਰਸ ਬੰਨਣ ਵਾਲਿਆਂ ਨੂੰ ਮਨਾ ਕੇ ਲਿਆਓ। ਗੁਰਾਂ ਦਾ ਹੁਕਮ ਮੰਨ ਕੇ ਬਾਬਾ ਬੁੱਢਾ ਸਾਹਿਬ ਜੀ ਗਏ ਤੇ ਕਹਿਣ ਲੱਗੇ ਤੁਹਾਨੂੰ ਗੁਰਾਂ ਪ੍ਰਤੀ ਆਪਣੇ ਹਿਰਦੇ ਵਿੱਚ ਮਾਇਆ ਵਾਸਤੇ ਨਾਰਾਜ਼ਗੀ ਨਹੀਂ ਧਾਰਨ ਕਰਨੀ ਚਾਹੀਦੀ। ਚਲੋ ਜਿੰਨੀ ਤੁਸੀਂ ਕਹੋਗੇ ਉਤਨੀ ਤੁਹਾਨੂੰ ਮਾਇਆ ਦਿਵਾ ਦਿਆਂਗੇ। ਤੁਸੀਂ ਚੱਲ ਕੇ ਕੀਰਤਨ ਤਾਂ ਕਰੋ। ਗੁਰੂ ਨਾਨਕ ਦਾ ਖਜ਼ਾਨਾ ਅਟੁੱਟ ਹੈ, ਅਖੁੱਟ ਖਜ਼ਾਨਾ ਸਤਿਗੁਰੂ ਦੀਆ, ਟੋਟ ਨਹੀਂ ਰੇ ਮੌਕੇ। ਮੈਂ ਤਾਂ ਇਹ ਗੱਲ ਸਮਝੀ ਹੈ ਵੀ ਸੰਗਤ ਦਾ ਜਿਹੜਾ ਖੁਸ਼ੀ ਨਾਲ ਜੇਬ ਚੋਂ ਕੱਢਿਆ ਰੁਪਈਆ ਹੈ ਉਹਦੇ ਵਿੱਚ 1 ਲੱਖ ਦੀ ਬਰਕਤ ਹੁੰਦੀ ਹੈ। ਤੇ ਜੇ ਕਿਸੇ ਨੂੰ ਠੱਗੀ ਮਾਰ ਕੇ ਅਗਲਾ ਗਾਲਾਂ ਕੱਢਦਾ ਦਊਗਾ ਵੀ ਇਹਨੇ ਮੇਰੇ ਕੋਲ ਬੇਈਮਾਨੀ ਨਾਲ ਲੈ ਲਿਆ, ਭਾਵੇਂ 1000 ਵੀ ਲੈ ਲਓ, ਜਦੋਂ ਉਹਦਾ ਮਨ ਦੁਖੀ ਹੋ ਕੇ ਤੁਹਾਨੂੰ ਦੇਊਗਾ ਉਹਦੀ ਧੇਲਾ ਵੀ ਕੀਮਤ ਨਹੀਂ ਪੈਣੀ, ਉਸ ਤਰ੍ਹਾਂ ਹੀ ਚੱਲ ਜਾਣਾ। ਤੋ ਮਹਾਰਾਜ ਦੇ ਪੈਸੇ 'ਚ ਬਰਕਤ ਹੁੰਦੀ ਹੈ। ਇਸ ਲਈ ਪੈਸੇ ਮੰਗਣ ਦੀ ਬਜਾਏ ਬਰਕਤ ਮੰਗਣੀ ਚਾਹੀਦੀ ਹੈ ਵੀ ਮਹਾਰਾਜ ਬਹੁਤਾ ਮਾਇਆ ਧੇਲਾ ਨਹੀਂ ਚਾਹੀਦਾ, ਸਾਨੂੰ ਮਾਇਆ ਦੀ ਬਰਕਤ ਬਖਸ਼ੋ ਜੀ। ਕੀ ਪਤਾ 100 ਦੇ ਵਿੱਚ ਕਿੰਨੀ ਬਰਕਤ ਸੀਗੀ, ਉਹਨਾਂ ਨੂੰ ਭਰੋਸਾ ਹੀ ਨਹੀਂ ਸੀ। ਕਹਿਣ ਲੱਗੇ ਸਾਰੇ ਕਾਰਜ ਕਰਨ ਵਾਲਾ ਪਰਮੇਸ਼ਰ ਹੈ, ਜਿਸ ਦਾ ਗੁਰੂ ਦੇ ਸਿਰ ਤੇ ਹੱਥ ਹੈ। ਤੁਸੀਂ ਗੁਰੂ ਜੀ ਨੂੰ ਕੇਵਲ ਸ਼ਬਦ ਕਰਕੇ ਚੰਗੇ ਲੱਗਦੇ ਹੋ, ਚੰਗਿਆਈ ਲੈ ਲਵੋ, ਹੰਕਾਰ ਕਰਕੇ ਆਪਣੇ ਬਣੇ ਹੋਏ ਸਤਿਕਾਰ ਦੀ ਹਾਨੀ ਨਾ ਕਰਾਓ। ਪਰ ਉਹਨਾਂ ਨੇ ਇੱਕ ਵੀ ਨਾ ਮੰਨੀ। ਸਗੋਂ ਅੱਗੋਂ ਦੋਵੇਂ ਭਰਾ ਕਹਿਣ ਲੱਗੇ ਕਿ ਜਿਸ ਖਜ਼ਾਨੇ ਨੂੰ ਟੁੱਟ ਕਹਿੰਦੇ ਹੋ, ਸਾਨੂੰ ਤਾਂ ਉਸ ਖਜ਼ਾਨੇ ਦਾ ਪਤਾ ਨਹੀਂ ਲੱਗਾ ਅੱਜ ਤੱਕ ਕਿ ਕਿੱਥੇ ਰੱਖਿਆ ਹੋਇਆ। ਅੱਜ ਤਾਂ ਕਦੀ ਵੇਖਿਆ ਨਹੀਂ, ਇੰਨੇ ਸਾਲ ਐਵੇਂ ਗਵਾ ਕੇ ਕੇਵਲ 100 ਰੁਪਈਆ ਹੀ ਪਾਇਆ। ਹੁਣ ਅਸੀਂ ਐਸੇ ਗੁਰੂ ਦੇ ਕੋਲ ਨਹੀਂ ਜਾਵਾਂਗੇ, ਭਾਵੇਂ ਜਿੰਨਾ ਮਰਜ਼ੀ ਯਤਨ ਕਰ ਲੈਣ। ਸਦੋਂ ਸਾਰੀ ਵਾਰਤਾ ਬਾਬਾ ਬੁੱਢਾ ਜੀ ਨੇ ਸਤਿਗੁਰਾਂ ਦੇ ਕੋਲ ਆ ਕੇ ਦੱਸੀ ਤਾਂ ਇਸ ਤਰ੍ਹਾਂ ਦੇ ਅਪਮਾਨ ਵਾਲੇ ਬਚਨ ਸੁਣ ਕੇ ਵੀ ਖਿਮਾ ਸਰੂਪ ਤੇ ਆਪਣਾ ਦੀਨ ਦਿਆਲ ਵਾਲਾ ਬਿਰਧ ਜਾਣ ਕੇ ਸਤਿਗੁਰੂ ਜੀ ਨੇ ਆਪ ਚੱਲਣ ਦੀ ਵਿਚਾਰ ਕੀਤੀ। ਜੋ ਸਤਿਗੁਰੂ ਜੀ ਜਗ ਤਾਰਨ ਵਾਸਤੇ ਆਏ ਨੇ, ਸ਼ਬਦ ਬ੍ਰਹਮ ਦਾ ਰੂਪ ਬਾਣੀ ਦੇ ਰਚਨਹਾਰ ਨੇ, ਐਸੇ ਸਤਿਗੁਰੂ ਜੀ ਆਪ ਰੁੱਸੇ ਹੋਏ ਕੀਰਤੀਆਂ ਨੂੰ ਮਨਾਉਣ ਲਈ ਚੱਲੇ। ਜਿੰਨਾ ਸਰੰਦਾ ਆਪ ਬਣਾਇਆ ਉਹਨਾਂ ਲਈ ਵਜਾਉਣਾ ਕਿੰਨਾ ਕੁ ਔਖਾ ਸੀਗਾ। ਤੁਸੀਂ ਸਾਰੇ ਜਾਣਦੇ ਹੋ ਅੱਜ ਮਹਾਰਾਜ ਦਾ ਸ਼ਹੀਦੀ ਪੁਰਬ ਹੈ। ਗੁਰੂ ਸਾਹਿਬ ਦੇ ਕਿੰਨੇ ਪਰਉਪਕਾਰ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀਆਂ ਪੋਥੀਆਂ ਬਾਬੇ ਮੋਹਣ ਕੋਲੋਂ ਲੈਣ ਲਈ ਜਦ ਗੁਰੂ ਸਾਹਿਬ ਆਪ ਗਏ ਤਾਂ ਮਹਾਰਾਜ ਨੇ ਸਰੰਦੇ ਨਾਲ ਇਹੋ ਜਿਹਾ ਸ਼ਬਦ ਪੜ੍ਹਿਆ, ਮੋਹਣ ਤੇਰੇ ਉੱਚੇ ਮੰਦਰ ਮਹਿਲ ਅਪਾਰਾ। ਇੰਨਾ ਰਸ ਸੀਗਾ ਕੀਰਤਨ ਦੇ ਵਿੱਚ ਕਿ ਬਾਬਾ ਮੋਹਣ ਜਿਹੜਾ ਬਾਬੇ ਬੁੱਢੇ ਤੋਂ ਦਰਵਾਜ਼ਾ ਪੁੱਟਣ ਤੋਂ ਵੀ ਨਹੀਂ ਬਾਹਰ ਆਇਆ। ਭਾਈ ਗੁਰਦਾਸ ਆਵਾਜ਼ਾਂ ਮਾਰ ਮਾਰ ਹੰਭ ਗਿਆ, ਕਿਸੇ ਤੋਂ ਸਮਾਧੀ ਨਹੀਂ ਉਖੜੀ। ਉਹ ਕੀਰਤਨ ਸੁਣ ਕੇ ਵੇਖੋ ਪੋਥੀਆਂ ਲੈ ਕੇ ਬਾਹਰ ਆ ਗਿਆ।
इन्ना रस ही महाराज की रसना च। पर गुरु साहब तो प्यार करते सीगे ते जिन्ना सतगुरां तो राग नूं सारा बल ते तान प्राप्त है, वो फिर भी तरले मारन गए। 31 राग ने गुरु ग्रंथ साहिब च ते 30 रागां च श्री गुरु अर्जन देव जी की बाणी है। 30 रागां च एक राग तां कल्ले नामे पातशाह जी का ही है। संगत दे विच ये हैरानी हुई कि गुरु साहब खुद परमात्मा आप क्यों जान लगे ने, जिन्हां दे अंदर मैं मेरी दी फेरी नहीं है। ऐसे सतगुरां ने उन्हां दी औगणां वल नहीं वेखिया, सगों उन्हां दे गुण नाल प्यार कीता। पर वो समझदे सी कि सानू प्रेम नाल अपना रहे ने, क्योंकि गुरु नूं साडे तक गरज है, कम है, अपनी वडियाई कराउण दी इन्हां दे मन च इच्छा है ते साडे तो बगैर गुरु दा काम नहीं सरदा। इस करके आप गुरु साडे वल आ रहे ने। हुण वक्त है, अड़का डाहो ते तनका दिओ ते फिर सदा लई साडा पासा उच्चा हो जाएगा। जिन्ना फिर पैसा मंगांगे उन्ना देणगे। गुरु इन्ना साफ हो के साडे नाल चलेगा कि मन मन्ने मनोरथ पूरे सिद्ध कराया करांगे। सतगुरु जी भाई सालो दी धर्मसाल दे कोल सत्ते ते राय बलवंड दे घर अगे जा खड़े होए, पर उन्हां दोहां दियां लोथां जीवन ज्ञान दे सूरज गुरां दे अगे आदर करनों नहीं उठियां। मरियां दे बराबर बैठे रहे। वो दाता सतगुरु शब्द के अर्थ के प्यार के कारण आदर करना आया, पर उन्हां च मान हठ ते हैंकड़ ने उन्होंने इन्ना नहीं करन दिता कि घट तो घट गुरु करदे खांदे लोण की लाज ही पए ते सतगुरां दे सत्कार लई जी आया ही कह देण। ऐसे सतगुरु जी धन ने जिन्हां सतगुरां च इन्नी खेमा धीरज ते प्यार है। सतगुरु जी ने बड़े प्रेम नाल कहा कि हे शब्द दे सेवको, तुसीं नाराज क्यों हो गए? गुरमुखो, दीवान विच अज संगतां नूं दर्शन क्यों नहीं दिंदे? की पदार्थां पिछे क्रोध कीता? पदार्थ आउण जाण वाली शै है, जिन्ना प्रारब्ध अनुसार तुहानूं मिलिया, इहदे नाल आपदा कारज करो। होर लोड़ पवेगी फिर होर आ जाएगा। क्यों ये तां तुरदा फिरदा गेड़ है। अगों क्रोध भरे बचनां नाल कहण लगे कि तुहाडे खजाने नित भरे सुणींदे सन, पर वो खजाना वेखिया भी कोई भी नहीं है, गल्लां बातां नाल ही है। बर्तन ही मुद्धे रहे, लखां आए ते गए, टिकिया कख भी ना। वो गुरु नानक दा खजाना किहड़े थावां दबिया होया। असीं हुण किसी होर तां निवास करांगे, किसी कदर वाले नूं ताना सुणावांगे ते अपने घर दा गुजारा चलावांगे। जिन्ना चिर तुहाडे कोल रहे आ, अज तां अपनी विद्या दा ही नाश कीता है। तुहाडा चेता विसर गया। वरियां बदी गुरु नानक देव जी नूं किसने जाणिया सी? जदों साडे वड्डे भाई मरदाने ने कीर्तन कीता तां तुहाडे वड्डे सतगुरां दा देशां देशांतरां विच आदर होया। इसे तरह तुहाडे वड्डे सतगुरु अंगद देव जी नूं भाई दाना जी ने प्रगट किया। तीजे सतगुरां नूं ते तुहाडे पिता चौथे पातशाह दे कोल भी भाई दाला रबाबी दा कीर्तन हुंदा जाणगे संगत आउंदी सी। हुण तुहाडा जस भी दूर दूर तक असीं फैलाउण वाले हां, पर तुसीं साडी कोई भी कदर नहीं कीती। ऐसे निंदिया भरे बचन सुन के सतगुरु जी अपनी अपमानिता खिमा रूप रहे, पर श्री गुरु नानक देव, श्री गुरु अंगद देव जी तो आदि चारे गुरां दी इन्नी चुभ भी निंदिया अपनी अनिन भगती की मर्यादा की उल्ट दिसी। ते सतगुरु जी ये बचन आके उन्हां दे घरों नाराज होके बाहर आ गए। बचन कीता ये तां फिट गए ने। भाव जिस मुख नाल बेदी कुल दे सतगुरु जी की निंदिया की है, तुहाडा मूँह पक जाएगा, तुहाडी देह फिट जाएगी, शरीर ते कोढ़ दा रोग हो जाएगा। अज तो कोई भी सिख तुहानूं मूँह नहीं लावेगा। जे कोई भी तुहाडी साडे कोल फरियाद करेगा तो उसका मूँह काला करके खोते ते चढ़ा के गली गली विच फेरिया जाएगा। इस तरह के बचन डूमा नूं आख के धन सतगुरु श्री गुरु अर्जन देव साहिब जी महाराज 68 घाट वाली जगह ते पहुँचे अते सब संगतां नूं दर्शन दे के निहाल कीता। जदों संगतां नूं पता लग्या कि सत्ते दे बलवंड ने गुरां दा भी सत्कार नहीं कीता, तां सारे सीनियां विचों तिरकार निकली। सतगुरां ने सहज नाल कहा कि आओ संगत जी, आपां वाहिगुरू दी महिमा करिए, हुण तुसीं ही कीर्तन करना है।
ਤੁਹਾਨੂੰ ਰਾਗ ਵਿਦਿਆ ਆਪੇ ਆ ਜਾਵੇਗੀ। ਆਓ ਸਾਜ਼ ਫੜ ਕੇ ਕੀਰਤਨ ਸ਼ੁਰੂ ਕਰ ਦਿਓ। ਉਸ ਸਮੇਂ ਸਤਿਗੁਰਾਂ ਦਾ ਹੁਕਮ ਮੰਨ ਕੇ ਬਾਬਾ ਬੁੱਢਾ ਜੀ ਨੇ ਤੰਬੂਰਾ ਫੜ ਲਿਆ। ਭਾਈ ਗੁਰਦਾਸ ਜੀ ਨੇ ਜੋੜੀ ਅਤੇ ਗੁਰੂ ਜੀ ਨੇ ਆਪ ਸਰੰਦਾ ਪਕੜ ਕੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ। ਐਸਾ ਰਸ ਬਣਿਆ ਕਿ ਸਭਨਾਂ ਨੂੰ ਦੇਸ਼ ਕਾਲ ਹੀ ਭੁੱਲ ਗਿਆ। ਸਿੱਖ ਹੈਰਾਨ ਹੋ ਗਏ ਕਿ ਐਸਾ ਕੀਰਤਨ ਦਾ ਰਸ ਤਾਂ ਕਦੇ ਬਣਿਆ ਹੀ ਨਹੀਂ ਸੀਗਾ। ਉਸ ਵੇਲੇ ਸਤਿਗੁਰਾਂ ਨੇ ਬਚਨ ਕੀਤਾ ਕਿ ਜਿਹੜੀ ਭਾਈ ਮਰਦਾਨੇ ਤੇ ਗੁਰੂ ਨਾਨਕ ਨੇ ਕੀਰਤਨ ਕਰਨ ਦੀ ਬਖਸ਼ਿਸ਼ ਕੀਤੀ ਸੀ, ਭਾਈ ਮਰਦਾਨੇ ਉੱਪਰ ਸਤਿਗੁਰੂ ਨਾਨਕ ਦੇਵ ਜੀ ਨੇ ਕੀਰਤਨ ਕਰਨ ਦੀ ਬਖਸ਼ਿਸ਼ ਕੀਤੀ ਸੀ, ਉਹ ਰਾਗ ਵਿਦਿਆ ਅਸੀਂ ਅੱਜ ਤੋਂ ਸਿੱਖਾਂ ਨੂੰ ਦੇ ਦਿੱਤੀ ਹੈ। ਇੰਜ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰਸਿੱਖਾਂ ਦੇ ਉੱਪਰ ਅਲੌਕਿਕ ਬਖਸ਼ਿਸ਼ ਕੀਤੀ। ਆਮ ਸੰਗਤਾਂ ਵਿੱਚ ਕੀਰਤਨ ਦੀ ਦਾਤ ਇਸ ਦਿਨ ਤੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪ੍ਰਵਿਰਤ ਕੀਤੀ ਹੈ। ਇਸ ਤੋਂ ਪਹਿਲਾਂ ਕੀਰਤਨ ਹੁੰਦਾ ਜ਼ਰੂਰ ਸੀਗਾ, ਪਰ ਜੋਟੀਆਂ ਦੇ ਸ਼ਬਦ ਮਿਲ ਕੇ ਪੜ੍ਹਨ ਦਾ ਰਿਵਾਜ ਸੰਗਤਾਂ ਦੇ ਵਿੱਚ ਪ੍ਰਵਿਰਤ ਸੀ। ਦੂਸਰੇ ਗੁਰੂ ਸਾਹਿਬਾਂ ਦੇ ਵਕਤ ਤੋਂ ਇਹ ਜਾਰੀ ਸੀਗਾ। ਜੋਟੀਆਂ ਨਾਲ ਦੋ ਬੰਦੇ ਇੱਕ ਪਾਸੇ, ਦੋ ਇੱਕ ਪਾਸੇ, ਇਉਂ ਮਿਲ ਕੇ ਸ਼ਬਦ ਗਾਇਨ ਕਰਨਾ। ਰਾਗਾਂ ਵਿੱਚ ਵੀ ਸਿੱਖ ਸੰਗਤਾਂ ਸ਼ਬਦਾਂ ਦਾ ਗਾਇਨ ਕਰਦੀਆਂ ਸਨ, ਪਰੰਤੂ ਅਜੇ ਤੱਕ ਰਾਗੀਆਂ ਦੀ, ਰਬਾਬੀਆਂ ਦੀ ਤਰ੍ਹਾਂ ਸੰਪਰਦਾ ਨਹੀਂ ਸੀ ਚੱਲੇ ਕਿ ਜੋ ਕੇਵਲ ਕੀਰਤਨ ਹੀ ਕਰਿਆ ਕਰਨ ਤੇ ਆਪਣਾ ਸਮਾਂ ਗੁਰਬਾਣੀ ਦੇ ਸ਼ੁੱਧ ਕੰਠ ਕਰਨ, ਭਾਵ ਸਮਝਣ ਅਤੇ ਇੱਕ ਭਾਵ ਦੇ ਅਨੇਕਾਂ ਗੁਰਵਾਕਾਂ ਨੂੰ ਪ੍ਰਮਾਣ ਦੇਣ ਅਤੇ ਜਿਨ੍ਹਾਂ ਰਾਗਾਂ ਵਿੱਚ ਗੁਰੂ ਸਾਹਿਬ ਨੇ ਬਾਣੀ ਰਚੀ ਉਹਨਾਂ ਵਿੱਚ ਗਾਇਨ ਕਰਨ ਵਿੱਚ ਖਰਚ ਕਰਿਆ ਕਰਨ। ਐਸਾ ਮੌਕਾ ਨਹੀਂ ਸੀ ਮਿਲਿਆ ਤਾਂ ਜੋ ਧਾਰਨਾ ਸਦਾ ਸੁਰਜੀਤ ਰੱਖਣ, ਜਿਨ੍ਹਾਂ ਉੱਤੇ ਸ੍ਰੀ ਗੁਰੂ ਅਰਜਨ ਦੇਵ ਜੀ ਖੁਦ ਗਾਇਨ ਕਰਦੇ ਸਨ, ਜਿਸ ਦੀ ਕੁੰਜੀ ਗੁਰਾਂ ਨੇ ਘਰ ਪਦ ਵਿੱਚ ਰੱਖੀ ਹੈ। ਸੋ ਇਸ ਦਿਨ ਤੋਂ ਗੁਰੂ ਸਾਹਿਬ ਨੇ ਸੰਗਤਾਂ ਨੂੰ ਕੀਰਤਨ ਦੀ ਦਾਤ ਬਖਸ਼ੀ ਹੈ। ਹੁਣ ਅੱਜ ਕੱਲ੍ਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਜਿਹੜਾ ਵੀ ਕੋਈ ਮੂੰਹ ਚੁੱਕ ਕੇ ਮਰਾਸੀ ਆ ਕੇ ਕਹੇ ਵੀ ਮੈਂ ਤੇ ਮਰਦਾਨੇ ਦੀ ਕੁਲ ਚੋਂ ਆ ਜੀ, ਉਹਨੂੰ ਕੀਰਤਨ ਨਹੀਂ ਕਰਨ ਦਿੰਦੇ, ਬਾਂਹ ਤੋਂ ਫੜ ਕੇ ਬਾਹਰ ਕੱਢ ਦਿੰਦੇ ਨੇ। ਕਿਉਂਕਿ ਮੁਸਲਮਾਨ ਇੰਨੇ ਭੈੜੇ ਨੇ, ਮੈਂ ਤਾਂ ਇਹਨਾਂ ਨੂੰ ਵੇਖਿਆ। ਤੁਸੀਂ ਟਰਕ ਕੇ ਮਰ ਜਾਓ, ਜਿੰਨੇ ਮਰਜ਼ੀ ਤਰਲੇ ਮਾਰੋ, ਤੁਹਾਡੇ ਤੋਂ ਲੈ ਕੇ ਇੱਕ ਕਿਣਕਾ ਪ੍ਰਸ਼ਾਦ ਦਾ ਲੈ ਕੇ ਨਹੀਂ ਖਾਣਗੇ, ਇੰਨੇ ਕੱਟੜ ਹੁੰਦੇ ਨੇ। ਗੁਰਦੁਆਰੇ ਪੱਥਰ ਲਾਉਣਗੇ, ਪੈਸੇ ਗੁਰਦੁਆਰਿਓਂ ਦਿਹਾੜੀ ਗੁਰਦੁਆਰਿਓਂ ਪਾਉਣਗੇ, ਪਰ ਇਹ ਮੱਥਾ ਨਹੀਂ ਗੁਰੂ ਗ੍ਰੰਥ ਸਾਹਿਬ ਨੂੰ ਟੇਕਣਗੇ। ਇਹਦੇ ਵੇਖ ਲਿਓ, ਕੜਾ ਪ੍ਰਸ਼ਾਦ ਮੂੰਹ 'ਚ ਨਹੀਂ ਪਾਉਣਗੇ, ਦੇ ਕੇ ਵੇਖ ਲਿਓ। ਹਰਿਮੰਦਰ ਸਾਹਿਬ ਦੇ ਅੰਦਰ ਕੀਰਤਨ ਕਰਨ ਦਾ ਟਾਈਮ ਤਾਂ ਮੰਗਣਗੇ ਵੀ ਮਰਦਾਨੇ ਦੀ ਕੁੱਲ ਚੋਂ। ਮਰਦਾਨਾ ਕੋਈ ਇਸ ਤਰ੍ਹਾਂ ਥੋੜ੍ਹਾ ਸੀਗਾ, ਉਹ ਤਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਦਾ ਇੰਨਾ ਸ਼ਰਧਾਲੂ ਸੀਗਾ, ਕਿਉਂਕਿ ਗੁਰੂ ਸਾਹਿਬ ਤੋਂ ਬਗੈਰ ਉਹ ਸਾਹ ਹੀ ਨਹੀਂ ਸੀ ਲੈਂਦਾ। ਸਾਰੀ ਉਮਰ ਉਹਨੇ ਆਪਦਾ ਘਰ-ਬਾਰ, ਆਪਦੇ ਨਿਆਣੇ ਛੱਡ ਦਿੱਤੇ, ਇੱਕੋ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਪ੍ਰੈਣ ਹੋਇਆ ਸੀਗਾ। ਇਹ ਲੋਕ ਕੇਵਲ ਪੈਸੇ ਦੇ ਲਾਲਚ ਖਾਤਰ ਸੰਗਤਾਂ ਕੋਲੋਂ ਸਤਿਕਾਰ ਕਰਾਉਣ ਲਈ, ਕੀਰਤਨ ਦੀ ਭੇਟਾ ਲੈਣ ਲਈ ਮਰਦਾਨੇ ਦਾ ਨਾਮ ਵਰਤਦੇ ਨੇ, ਪਰ ਮਰਦਾਨੇ ਦੇ ਕੁਲ ਵਾਲੇ ਭਾਵੇਂ ਹਨ, ਪਰ ਉਹਦੀ ਮਰਿਆਦਾ ਦੇ ਉੱਪਰ ਨਹੀਂ ਚੱਲਦੇ। ਮਰਦਾਨੇ ਭਾਈ ਸਾਹਿਬ ਨੂੰ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਆਖਿਆ ਸੀਗਾ ਵੀ ਕੇਸ ਨਹੀਂ ਕਟਾਉਣੇ, ਤੇ ਪਰ ਇਹ ਦਾੜੀ ਕਟਾਉਂਦੇ ਨੇ, ਕੇਸ ਕਟਾਉਂਦੇ ਨੇ। ਉਹ ਫਿਰ ਮਰਦਾਨੇ ਦੀ ਕੁਲ ਵਾਲੇ ਕਿਵੇਂ ਖਵਾ ਸਕਦੇ ਨੇ? ਕਿਉਂਕਿ ਮਰਦਾਨੇ ਦੀ ਮੁਸਲਮਾਨ ਘਰਾਣੇ ਦੀ ਕੁਲ ਵਿੱਚ ਪੈਦਾ ਹੋਣ ਨਾਲ ਹੀ ਮਰਦਾਨੇ ਦੀ ਕੁਲ ਨਹੀਂ ਬਣ ਸਕਦੀ। ਮਰਦਾਨੇ ਦੀ ਕੁਲ ਤਾਂ ਗੁਰੂ ਘਰ ਦੀ ਕੁਲ ਹੈ। ਜਿਵੇਂ ਭਗਤ ਪ੍ਰਹਿਲਾਦ ਜੀ ਨੇ ਬਚਨ ਕੀਤਾ, ਜੇ ਹਰ ਛੋਡੋਂ ਤੋਂ ਕੁਲ ਲਾਗੇ ਗਾਲ, ਕਿ ਮੈਂ ਜੇ ਹਰੀ ਦਾ ਨਾਮ ਜਪਣਾ ਛੱਡਦਾ ਹਾਂ ਤਾਂ ਮੇਰੀ ਕੁਲ ਨੂੰ ਗਾਲ ਲੱਗਦੀ ਹੈ। ਕੁਲ ਕਿਹੜੀ ਹੈ? ਭਗਤਾਂ ਦੀ, ਸੰਤਾਂ ਦੀ, ਨਾਮ ਅਭਿਆਸੀਆਂ ਦੀ। ਇੰਝ ਮਰਦਾਨੇ ਦੀ ਕੁਲ ਮੁਸਲਮਾਨ ਮਰਾਸੀਆਂ ਦੀ ਕੁਲ ਨਹੀਂ ਹੈ।
ਉਹਦੇ 'ਚ ਜੰਮਿਆ ਕੋਈ ਅਧਿਕਾਰ ਨਹੀਂ ਰੱਖਦਾ ਵੀ ਮੈਂ ਗੁਰਦੁਆਰੇ ਕੀਰਤਨ ਕਰਾਂ। ਮੈਨੂੰ ਜ਼ਰੂਰੀ ਟਾਈਮ ਮਿਲਣਾ ਚਾਹੀਦਾ। ਮਰਦਾਨੇ ਦੀ ਕੋਲ ਗੁਰੂ ਨਾਨਕ ਸਾਹਿਬ ਦੀ ਕੋਲ ਹੈ, ਜਿਨ੍ਹੇ ਸਤਿਗੁਰੂ ਨਾਨਕ ਦੇਵ ਜੀ ਦਾ ਬਚਨ ਮੰਨ ਕੇ ਕੇਸ ਨਹੀਂ ਕਟਾਏ ਤੇ ਗੁਰੂ ਸਾਹਿਬ ਦੀ ਮਰਿਆਦਾ ਦੇ ਵਿੱਚ ਸੱਚੇ ਪਾਤਸ਼ਾਹ ਜੀ ਦਾ ਭੋਗ ਲੱਗਿਆ, ਪ੍ਰਸ਼ਾਦਾ ਛਕਦੇ ਰਹੇ। ਇਉਂ ਹਰਿਮੰਦਰ ਸਾਹਿਬ ਦੇ ਅੰਦਰ ਅੱਜ ਕੱਲ੍ਹ ਭਾਵੇਂ ਕੋਈ ਮਰਦਾਨੇ ਦੀ ਕੁਲ ਦਾ ਵੀ ਕਹਾਵੇ, ਕਿਸੇ ਮਰਾਸੀ ਨੂੰ ਮੁਸਲਮਾਨ ਨੂੰ ਉੱਥੇ ਕੀਰਤਨ ਕਰਨ ਦੀ ਆਗਿਆ ਨਹੀਂ ਦਿੱਤੀ ਜਾਂਦੀ। ਕਾਰਨ ਕੀ ਹੈ ਕਿ ਉਹਨਾਂ ਦੀ ਦਾੜੀ ਕੱਟੀ ਹੁੰਦੀ ਹੈ ਅਤੇ ਉਹ ਤੰਬਾਕੂ ਖਾਂਦੇ ਹੁੰਦੇ ਨੇ। ਤੰਬਾਕੂ ਖਾਣ ਵਾਲੇ ਨੂੰ ਅਤੇ ਦਾੜੀ ਕੱਟੀ ਵਾਲੇ ਨੂੰ ਹਰਿਮੰਦਰ ਸਾਹਿਬ ਕੀਰਤਨ ਥੋੜ੍ਹੋ ਕਰਨ ਦਿੱਤਾ ਜਾਂਦਾ ਹੈ। ਇਉਂ ਇਕੱਲੀ ਮਰਦਾਨੇ ਦੀ ਕੁਲ ਨਹੀਂ ਚੱਲਦੀ, ਮਰਿਆਦਾ ਨਾਲ ਹੈ। ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਰਾ। ਜੇ ਸੱਚਮੁੱਚ ਅਸੀਂ ਗੁਰੂ ਸਾਹਿਬ ਦੇ ਸ਼ਰਧਾਲੂ ਹਾਂ। ਪੀਰ ਬੁੱਧੂ ਸ਼ਾਹ ਮੁਸਲਮਾਨ ਸੀਗਾ ਪਰ ਉਹਨੇ ਕੇਸ ਨਹੀਂ ਸਨ ਕਟਾਏ। ਤੰਬਾਕੂ ਬੀੜੀ ਜਰਦੇ ਖੈਣੀ ਦੀ ਵਰਤੋਂ ਨਹੀਂ ਸੀ ਕਰਦਾ। ਇਸੇ ਤਰ੍ਹਾਂ ਸੋ ਇਹ ਭਾਈ ਮਰਦਾਨਾ ਸਾਹਿਬ ਜੀ ਇਹ ਵੀ ਸਾਰੀ ਉਮਰ ਨਸ਼ੇ ਪੱਤੇ ਤੋਂ ਰਹਿਤ ਰਹੇ ਨੇ ਤੇ ਕੇਸਾਧਾਰੀ ਹੋਏ ਹਨ। ਇਸ ਲਈ ਭਾਵੇਂ ਕੋਈ ਮੁਸਲਮਾਨ ਵੀ ਹੈ ਕਹਿੰਦਾ ਮੈਂ ਗੁਰੂ ਜੀ ਦਾ ਸ਼ਰਧਾਲੂ ਹਾਂ, ਉਹਦੇ ਕੇਸ ਕੱਟੇ ਨਹੀਂ ਹੋਣੇ ਚਾਹੀਦੇ, ਤਾਂ ਹੀ ਅਸਲੀ ਸਿੱਖ ਅਖਵਾ ਸਕਦਾ ਹੈ। ਇਉਂ ਸੋ ਤੰਬਾਕੂ ਪੀਣ ਵਾਲੇ ਨੂੰ, ਮੂੰਹ ਸਿਰ ਮਨਾਉਣ ਵਾਲੇ ਨੂੰ ਸਮਾਂ ਨਹੀਂ ਮਿਲਦਾ। ਮਹਾਰਾਜ ਨੇ ਆਗਿਆ ਕੀਤੀ ਆ ਵੀ ਇਹਨਾਂ ਮਰਾਸੀਆਂ ਦੇ ਕੋਲੋਂ ਕਦੇ ਕੀਰਤਨ ਨਹੀਂ ਸੁਣਨਾ। ਜੇ ਵਿਆਹ ਦੇ ਵਿੱਚ ਤੁਹਾਡੇ ਆ ਵੀ ਜਾਣ ਧੀ ਪੁੱਤ ਦੇ ਤੇ ਕਹਿਣਾ ਵੀ ਗੁਰੂ ਨਾਨਕ ਸਾਹਿਬ ਦੀ ਵਾਰ ਸੁਣਾਓ। ਮਹਾਰਾਜ ਨੇ ਇਹਨਾਂ ਨੂੰ ਸ਼ਰਾਪ ਦਿੱਤਾ ਵੀ ਘਰ ਘਰ ਵਿੱਚ ਹੀ ਸ਼ਬਦ ਲਈ ਫਿਰਿਆ ਕਰਨਗੇ, ਇਹਨਾਂ ਨੂੰ ਕੋਈ ਵੀ ਨਹੀਂ ਪੁੱਛੇਗਾ। ਡੂਮ ਜਾਤ ਪਛਤਾਏ ਹੈ ਤ੍ਰਿਸ਼ਨਾ ਡਹਿਕਾਏ, ਲੀਏ ਸ਼ਬਦ ਘਰ ਘਰ ਫਿਰੈ ਨੇ ਹੋਏ ਤਰਪਤਾਏ। ਪਾਏ ਅਨਾਦਰ ਜਿਤ ਕੇ ਦੀ ਬਿਨ ਕਹੇ ਸੋ ਜਾਵੈ, ਤਉ ਨ ਸਿੱਖ ਮੁਖ ਲਾਏ ਹੈ ਦੁੱਖ ਲਹਿ ਅਕੁਲਾਵੈ। ਇਸ ਪ੍ਰਕਾਰ ਸਤਿਗੁਰਾਂ ਦੇ ਬਚਨਾਂ ਦੁਆਰਾ ਗੁਰੂ ਕੇ ਸੇ ਕੀਰਤਨ ਕਰਨ ਲੱਗ ਗਏ ਅਤੇ ਮੂਰਖ ਡੂਮਾਂ ਨੂੰ ਆਪਣੇ ਕਰਮਾਂ ਅਨੁਸਾਰ ਸਜ਼ਾ ਮਿਲ ਗਈ। ਉਸੇ ਦਿਨ ਤੋਂ ਉਹਨਾਂ ਦੇ ਸਰੀਰ ਫਿੱਟ ਗਏ ਅਤੇ ਮੂੰਹ ਪੱਕ ਗਏ ਤੇ ਸਤਿਗੁਰਾਂ ਦੇ ਬਚਨਾਂ ਦੇ ਡਰ ਕਾਰਨ ਕੋਈ ਵੀ ਸਿੱਖ ਇਹਨਾਂ ਨੂੰ ਮੂੰਹ ਨਾ ਲਾਵੇ। ਸਾਰੇ ਹੀ ਇਹਨਾਂ ਨੂੰ ਆਉਂਦਿਆਂ ਵੇਖ ਕੇ ਇੱਧਰ ਉੱਧਰ ਹੋ ਜਾਂਦੇ ਸਨ। ਇਹ ਕਈ ਸਿੱਖਾਂ ਦੇ ਘਰਾਂ ਵਿੱਚ ਗਏ, ਕੋਈ ਵੀ ਡਰਦਾ ਇਹਨਾਂ ਦੀ ਫਰਿਆਦ ਨਾ ਸੁਣੇ। ਇਹ ਇੱਕ ਬਹੁਤ ਜ਼ਿਆਦਾ ਦਰਦਨਾਕ ਨਜ਼ਾਰਾ ਸੀ। ਜਿਨ੍ਹਾਂ ਨੂੰ ਹੱਥੀਂ ਛਾਵਾਂ ਹੋਣ ਉਹਨਾਂ ਦੇ ਪਰਛਾਵੇਂ ਤੋਂ ਲੋਕ ਡਰਦੇ ਪਏ ਹਨ। ਜਿਸ ਵੇਲੇ ਦੁੱਖ ਦੇ ਕਾਰਨ ਹੰਕਾਰ ਦੂਰ ਹੋ ਗਿਆ ਤਾਂ ਮਨ ਵਿੱਚ ਪਛਤਾਵਾ ਕਰਨ ਲੱਗ ਪਏ ਕਿ ਅਸੀਂ ਪਦਾਰਥਾਂ ਦੀ ਘਾਟ ਕਾਰਨ ਧੱਕੇ ਖਾਂਦੇ ਫਿਰਦੇ ਸੀ। ਇਹਨਾਂ ਗੁਰਾਂ ਨੇ ਸਾਡੇ ਦੇ ਤਰਸ ਖਾ ਕੇ ਸਾਨੂੰ ਧਨ ਪਦਾਰਥ ਅਤੇ ਆਦਰ ਦਿੱਤਾ, ਪਰ ਅਸੀਂ ਇਹਨਾਂ ਦੀ ਕੋਈ ਕਦਰ ਨਾ ਪਾਈ। ਸਤਿਗੁਰੂ ਜੀ ਆਪ ਚੱਲ ਕੇ ਵੀ ਸਾਡੇ ਘਰ ਆਏ, ਪਰ ਅਸੀਂ ਹੰਕਾਰ ਕਾਰਨ ਉਸ ਵਕਤ ਵੀ ਗੁਰਾਂ ਦਾ ਸਤਿਕਾਰ ਨਾ ਕੀਤਾ। ਇਹਨਾਂ ਨੇ ਬਹੁਤੇ ਵਾਰ ਭਾਈ ਗੁਰਦਾਸ ਜੀ ਅਤੇ ਹੋਰ ਗੁਰਸਿੱਖਾਂ ਦੇ ਪਾਸੋਂ ਭਾਈ ਲੱਦੇ ਪਰਉਪਕਾਰੀ ਦੀ ਮਹਿਮਾ ਸੁਣੀ ਸੀ ਕਿ ਭਾਈ ਲੱਦਾ ਜੀ ਬੜਾ ਪਰਉਪਕਾਰੀ ਮਹਾਂਪੁਰਖ ਹੈ। ਇਹਨਾਂ ਨੇ ਸੋਚਿਆ ਕਿ ਭਾਈ ਲੱਦੇ ਦੇ ਕੋਲ ਜਾ ਕੇ ਫਰਿਆਦ ਕੀਤੀ ਜਾਏ, ਕੀਰਤੀਪੁਰ ਨੂੰ ਬਖਸ਼ਾਉਣ ਲਈ ਬੇਨਤੀ ਕਰੀਏ ਕਿਉਂਕਿ ਉਹ ਸਿੱਖ ਪਰਉਪਕਾਰੀ ਹੈ। ਇਉਂ ਇਹ ਦੋਵੇਂ ਆਪਣੇ ਫਟੇ ਹੋਏ ਸਰੀਰਾਂ ਨੂੰ ਬਸਤਰ ਨਾਲ ਢੱਕ ਕੇ ਲਾਹੌਰ ਵੱਲ ਨੂੰ ਚੱਲ ਪਏ। ਲਾਹੌਰ ਪੁੱਜ ਕੇ ਭਾਈ ਲੱਦੇ ਦਾ ਘਰ ਪੁੱਛਿਆ ਅਤੇ ਭਾਈ ਲੱਦੇ ਦੇ ਘਰ ਵੱਲ ਨੂੰ ਤੁਰ ਪਏ। ਜਦ ਭਾਈ ਲੱਦੇ ਨੂੰ ਪਤਾ ਲੱਗਿਆ ਕਿ ਸਤਿਗੁਰਾਂ ਦੇ ਫਟਕਾਰੇ ਗੁਰੂ ਨਿੰਦਕ ਡੂਮ ਇੱਧਰ ਘਰ ਵੱਲ ਆ ਰਹੇ ਨੇ ਤਾਂ ਭਾਈ ਲੱਦੇ ਨੂੰ ਦੂਰੋਂ ਹੀ ਵੇਖ ਕੇ
ਭਾਈ ਲੱਦੇ ਨੇ ਇਹਨਾਂ ਨੂੰ ਦੂਰੋਂ ਵੇਖ ਕੇ ਹੀ ਦਰਵਾਜ਼ਾ ਬੰਦ ਕਰ ਲਿਆ, ਕਿਉਂਕਿ ਉਹਨਾਂ ਦੇ ਮੱਥੇ ਲੱਗਣਾ ਵੀ ਪਾਪ ਸੀ। ਇਹਨਾਂ ਦੇ ਹਿਰਦੇ ਵਿੱਚ ਉਹ ਰਹਿੰਦੀ ਖੁੰਦੀ ਧੀਰਜ ਵੀ ਟੁੱਟ ਗਈ। ਉਸੇ ਜਗ੍ਹਾ ਦਰਵਾਜ਼ਾ ਮਲ ਕੇ ਬੈਠ ਗਏ ਤੇ ਬੇਨਤੀਆਂ ਕਰਨ ਲੱਗ ਪਏ, ਹੇ ਭਾਈ ਲੱਦਾ ਜੀ ਦਰਵਾਜ਼ਾ ਖੋਲ੍ਹੋ, ਅੱਜ ਤਾਂ ਤੁਹਾਡੀ ਮਹਿਮਾ ਸੁਣ ਕੇ ਆਏ ਹਾਂ, ਇੱਥੋਂ ਵਾਪਸ ਨਹੀਂ ਜਾਵਾਂਗੇ, ਜਾਂ ਸਾਨੂੰ ਗੁਰਾਂ ਦੇ ਕੋਲੋਂ ਬਖਸ਼ਾ ਦੇਵੋ, ਨਹੀਂ ਤਾਂ ਇਸੇ ਹੀ ਜਗ੍ਹਾ ਅਸੀਂ ਆਪਣੇ ਪ੍ਰਾਣ ਤਿਆਗ ਦੇਵਾਂਗੇ। ਜਦ ਇਹਨਾਂ ਦੋਵੇਂ ਭਰਾਵਾਂ ਨੇ ਇੰਜ ਬੇਨਤੀਆਂ ਕੀਤੀਆਂ ਤਾਂ ਭਾਈ ਲੱਦੇ ਦਾ ਹਿਰਦਾ ਪਰਉਪਕਾਰ ਵਾਲੇ ਸੁਭਾਅ ਅਨੁਸਾਰ ਪ੍ਰਸੰਨਤਾ ਵਿੱਚ ਆਇਆ। ਅਤੇ ਉਹਨਾਂ ਦੀ ਸਾਰੀ ਵਿਥਿਆ ਸੁਣੀ। ਸਾਰੀ ਵਿਥਿਆ ਸੁਣ ਕੇ ਭਾਈ ਲੱਦਾ ਜੀ ਕਹਿਣ ਲੱਗੇ ਕਿ ਸਤਿਗੁਰਾਂ ਦਾ ਹੁਕਮ ਕੀ ਹੈ। ਇਹ ਕਹਿਣ ਲੱਗੇ ਕਿ ਸਤਿਗੁਰਾਂ ਦਾ ਹੁਕਮ ਹੈ ਕਿ ਇਹਨਾਂ ਨੂੰ ਬਖਸ਼ਾਉਣ ਵਾਲੇ ਦਾ ਸਿਰ ਮੂੰਹ ਕਾਲਾ ਕਰਕੇ ਗਧੇ ਤੇ ਚੜਾਵਾਂਗੇ। ਭਾਈ ਲੱਦਾ ਜੀ ਨੇ ਵਿਚਾਰਿਆ ਕਿ ਜੇ ਗੁਰਾਂ ਦੇ ਪਾਸ ਬੇਨਤੀ ਕਰਨ ਪਹਿਲਾਂ ਚਲਿਆ ਗਿਆ ਤਾਂ ਗੁਰਾਂ ਦੇ ਬਚਨ ਦੀ ਉਲੰਘਣਾ ਹੋਵੇਗੀ, ਤੇ ਜੇ ਮੈਂ ਗੁਰਾਂ ਦੇ ਬਚਨ ਨੂੰ ਮੰਨ ਕੇ ਮੂੰਹ ਸਿਰ ਕਾਲਾ ਕਰਵਾ ਕੇ ਗਧੇ ਤੇ ਚੜ੍ਹ ਕੇ ਗੁਰਾਂ ਕੋਲ ਜਾ ਕੇ ਬੇਨਤੀ ਕਰਾਂ ਤਾਂ ਕਿੰਨਾ ਚੰਗਾ ਹੋਵੇ। ਇਹਦੇ 'ਚ ਭਲਾ ਮੇਰਾ ਕੀ ਨੁਕਸਾਨ ਹੈ, ਕਿਉਂਕਿ ਸੰਸਾਰੀ ਇੱਜ਼ਤ ਫੋਕੀ ਹੈ। ਗੁਰੂ ਸਾਹਿਬ ਦੇ ਬਚਨ ਦਾ ਸਤਿਕਾਰ ਕਰਨਾ ਜ਼ਰੂਰੀ ਹੈ। ਆਪ ਦੀ ਇੱਜ਼ਤ ਪਰਲੋਕ ਵਿੱਚ ਨਾਲ ਨਹੀਂ ਜਾਵੇਗੀ, ਅਤੇ ਜਿਸ ਦੁਆਰੇ ਸ਼ੋਭਾ ਹੈ ਉਹ ਦੁਆਰਾ ਤਾਂ ਅਸੀਂ ਸ਼ੋਭਾ ਦਾ ਮੁੱਲ ਹੀ ਨਹੀਂ ਪਾਉਂਦਾ। ਇਸ ਲਈ ਜੇ ਪਿਆਰੀ ਸੰਗਤ ਦੀ ਸੇਵਾ ਵਿੱਚ ਇੱਜ਼ਤ ਵੀ ਜਾਂਦੀ ਹੈ ਤਾਂ ਜਾਵੇ। ਸੰਸਾਰੀ ਲੋਕ ਮਾੜਾ ਕਹਿਣ ਦਾ ਕਹੀ ਜਾਣ, ਮੈਂ ਜੋ ਕਰਨ ਲੱਗਾ ਉਹ ਸੇਵਾ ਹੈ ਤੇ ਸਤਿਗੁਰੂ ਜੀ ਦਾ ਹੁਕਮ ਹੈ। ਇਹ ਸੋਚ ਕੇ ਇਹਨੇ ਆਪਦੇ ਹੱਥੀਂ ਆਪਦਾ ਮੂੰਹ ਤੇ ਸਿਰ ਕਾਲਾ ਕੀਤਾ ਤੇ ਕਿਰਾਏ ਤੇ ਪਹਾੜੇ ਤੇ ਖੋਤਾ ਮੰਗਵਾ ਕੇ ਉਹਦੇ ਉੱਪਰ ਚੜ੍ਹ ਕੇ ਬੈਠ ਗਏ। ਢੋਲ ਵਾਲਾ ਗੇ ਲਵਾ ਲਿਆ ਤੇ ਲਾਹੌਰ ਬਾਜ਼ਾਰਾਂ ਵਿੱਚੋਂ ਹੁੰਦਿਆਂ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਨੂੰ ਤੁਰ ਪਏ। ਬਾਜ਼ਾਰੀ ਮੁੰਡੇ ਇਕੱਠੇ ਹੁੰਦੇ ਨੇ, ਇਸਤਰੀਆਂ ਕੋਠਿਆਂ ਦੇ ਚੜ੍ਹ ਕੇ ਵੇਖਦੀਆਂ ਨੇ, ਸਿਆਣੇ ਪੁਰਖ ਖੜੋ ਖੜੋ ਕੇ ਤੱਕਦੇ ਹਨ ਕਿ ਇਸ ਪੁਰਖ ਨੇ ਐਸਾ ਕਿਹੜਾ ਮੰਦ ਕਰਮ ਕੀਤਾ ਹੈ ਜੋ ਕਿ ਇਹਨੂੰ ਇੰਨੀ ਭੈੜੀ ਸਜ਼ਾ ਮਿਲੀ ਹੈ। ਜਦੋਂ ਸਿਆਣੇ ਪੁਰਖ ਕਾਰਨ ਸੁਣਦੇ ਨੇ ਤਾਂ ਸੀਸ ਨਵਾ ਕੇ ਕਹਿੰਦੇ ਹਨ ਕਿ ਧੰਨ ਪਰਉਪਕਾਰੀ ਭਾਈ ਲੱਦਾ, ਧੰਨ ਪਰਉਪਕਾਰੀ ਭਾਈ ਲੱਦਾ ਜੀ ਤੂੰ ਧੰਨ ਹੈ। ਇਉਂ ਸ਼ਹਿਰਾਂ ਪਿੰਡਾਂ ਵਿੱਚ ਹੁੰਦੇ ਆ। ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚੇ, ਗਲੀ ਗਲੀ ਸਾਰੇ ਸ਼ਹਿਰ ਵਿੱਚ ਫਿਰਨਾ ਕੀਤਾ। ਕਿਤਨੀ ਭਿਆਨਕ ਤੇ ਨਿੰਦਿਆਯੋਗ ਸੂਰਤ ਹੈ, ਕਾਲੀ ਡਰਾਉਣੀ ਤੇ ਮਾੜੀ, ਪਰ ਅੰਦਰ ਇਹਨਾਂ ਕਾਲੀਆਂ ਕਟਾਂ ਦੇ ਹੇਠ ਪ੍ਰੇਮ ਦਾ ਸੂਰਜ ਦਮਕਾ ਮਾਰਿਆ। ਹਿਰਦੇ ਵਿੱਚ ਪਿਆਰੇ ਸਤਿਗੁਰੂ ਦਾ ਧਿਆਨ ਹੈ, ਚਰਨ ਸ਼ਰਨ ਵਿੱਚ ਮਨ ਮਸਤ ਹੈ ਅਤੇ ਇੰਜ ਬੇਨਤੀ ਕਰ ਰਿਹਾ, ਜੇਤਾ ਸਮੁੰਦ ਸਾਗਰ ਨੀਰ ਭਰਿਆ, तेते अवगुण हमारे, दया करो किस मेहर उपावो, डूबदे पत्थर तारे। जियड़ा अग्न बराबर तपै, पीतर वगै काती, प्रणमद नानक हुक्म पछाण, सुख होवे दिन राती। रस विच जुड़े, प्रेम दे विच पूरे, इज्जत मान वडियाई दा सन्यास, सच्चा सन्यासी जो अपने तो छुट के दूजे दा कुछ सवारे। वो सन्यास धार के भाई लद्दा जी सतगुरां दी शरण विच आ रहे ने। लोकां दी भीड़ भी नाल ही है।
ਅੰਤਰਜਾਮੀ ਗੁਰੂ ਨੇ ਧੂਮ ਧੜਕਾ ਸੁਣ ਕੇ ਸਿੱਖਾਂ ਨੂੰ ਪੁੱਛਿਆ ਕਿ ਕੌਣ ਆ ਰਿਹਾ, ਕੋਈ ਪਿਆਰਾ ਸਿੱਖ ਹੈ ਜਾਂ ਸੰਗਤ ਹੈ। ਸਿੱਖਾਂ ਨੇ ਸਾਰੀ ਵਾਰਤਾ ਗੁਰੂ ਸਾਹਿਬ ਨੂੰ ਕਹਿ ਸੁਣਾਈ ਕਿ ਸਤਿਗੁਰੂ, ਤੁਹਾਡੇ ਹੁਕਮ ਦੀ ਪਾਲਣਾ ਕਰਦਿਆਂ ਭਾਈ ਲੱਧਾ ਜੀ ਪਰਉਪਕਾਰੀ ਮਹਾਂਪੁਰਖ ਗੁਰੂ ਘਰ ਦੇ ਨਿੰਦਕ, ਗੁਰੂ ਦੇ ਨਿੰਦਕ ਡੂਮਾਂ ਨੂੰ ਬਖਸ਼ਾਉਣ ਵਾਸਤੇ ਆ ਰਹੇ ਹੈ। ਪਿਆਰੇ ਸਿੱਖਾਂ ਨੂੰ ਪਰਉਪਕਾਰ ਵਾਸਤੇ ਇਸ ਰੂਪ ਦੇ ਵਿੱਚ ਵੇਖ ਕੇ ਸਤਿਗੁਰਾਂ ਦੀ ਨੇਤਰਾਂ ਵਿੱਚ ਵਿਰਾਗ ਦਾ ਜਲ ਵਹਿ ਤੁਰਿਆ। ਤਦੋਂ ਸੰਗਤਾਂ ਦੇ ਪਿਆਰੇ ਤੇ ਸਿੱਖਾਂ ਨੂੰ ਇਤਨਾ ਉੱਚਾ ਜਾਣਨ ਵਾਲੇ ਸਤਿਗੁਰੂ ਜੀ ਉਸ ਵਿਰਾਗ ਦੇ ਵਿੱਚ ਅੱਗੇ ਵਧੇ ਅਤੇ ਪਿਆਰੇ ਸਿੱਖ ਨੂੰ ਅੱਗੇ ਹੋ ਕੇ ਭਾਈ ਲੱਧਾ ਜੀ ਨੂੰ ਹੇਠਾਂ ਉਤਰਨ ਲਈ ਇਸ਼ਾਰਾ ਕੀਤਾ ਅਤੇ ਵਿਰਾਗ ਦੇ ਬਚਨ ਬੋਲੇ। ਸ੍ਰੀ ਅਰਜਨ ਅਵਲੋਕਨ ਕੀਨਸ ਲੋਚਨ ਜਲ ਪੂਰਨ ਹੋਏ ਆਏ। ਗੁਰ ਮਾਰੇ ਕੋ ਸਿੱਖ ਬਚਾਵੈ, ਸਿੱਖ ਮਾਰੇ ਤਿਸ ਨਹਿ ਕਿਤ ਥਾਏ। ਕਿ ਆਓ ਭਾਈ ਲੱਧਾ ਪਰਉਪਕਾਰੀ ਜੀ, ਗੁਰੂ ਦੇ ਮਾਰੇ ਨੂੰ ਤਾਂ ਸਿੱਖ ਬਚਾ ਲੈਂਦੇ ਨੇ, ਪਰ ਸਿੱਖ ਦਾ ਮਾਰਿਆ ਗੁਰੂ ਨਹੀਂ ਬਚਾਉਂਦਾ। ਭਾਈ ਲੱਧਾ ਜੀ ਨੇ ਹੱਥ ਜੋੜ ਕੇ ਸਤਿਗੁਰਾਂ ਦੇ ਪਾਵਨ ਚਰਨਾਂ ਤੇ ਆਪ ਦਾ ਸੀਸ ਧਰ ਕੇ ਬੇਨਤੀ ਕੀਤੀ ਕਿ ਇਹ ਸਤਿਗੁਰੂ ਜੀ, ਮੈਂ ਤੁਹਾਡੇ ਦਰ ਤੋਂ ਫਿਟਕਿਆਂ ਦਾ ਆ ਫਿਟਕਾਰਿਆ ਵਿਚੋਲਾ ਬਣ ਕੇ ਆਇਆ ਹਾਂ। ਇਹ ਪਿਆਰੇ ਸਤਿਗੁਰੂ ਜੀ, ਤੁਹਾਡੇ ਕੋਮਲ ਪ੍ਰੇਮ ਅਤੇ ਇਸ਼ਟ ਭਾਵਨਾ ਨੂੰ ਚੋਟ ਲਾਉਣ ਵਾਲੇ ਗੁਰੂ ਨਿੰਦਕਾਂ ਦਾ ਪੱਖੀ ਹੋ ਕੇ ਮੈਂ ਤਿਰਕਾਰਿਆ ਤੇਰੇ ਦੁਆਰੇ ਆਇਆ। हे ਵੈਰ ਤੋਂ ਰਹਿ ਸਤਿਗੁਰੂ ਜੀ, ਔਗਣ ਨਾ ਚਿਤਾਰਨੇ, ਆਪਣੀ ਮਿਹਰ ਦੀ ਦ੍ਰਿਸ਼ਟੀ ਨਾਲ ਤੱਕਣਾ ਜੀ, ਕਿਉਂਕਿ ਤੁਹਾਡੀ ਮਿਹਰ ਦੀ ਦ੍ਰਿਸ਼ਟੀ ਦਾ ਸਾਗਰ ਅਪਰ ਅਪਾਰ ਹੈ, ਜੋ ਸਾਡੀ ਜੀਵਨ ਦੀ ਭੁੱਲ ਦਾ ਭਾਂਬੜ ਬੁਝਾ ਦੇਵੇਗਾ। ਭਾਈ ਲੱਧੇ ਜੀ ਦੇ ਐਸੇ ਨਿਮਰਤਾ ਭਰੇ ਬਚਨਾਂ ਨੂੰ ਸੁਣ ਕੇ ਸਤਿਗੁਰੂ ਮਹਾਰਾਜ ਦਾ ਹਿਰਦਾ ਪਸੀਜਿਆ ਗਿਆ। ਸਿੱਖ ਦੀ ਕਰਨੀ ਅਤੇ ਕੁਰਬਾਨੀ ਤੇ ਆਪ ਦਰਵੇ। ਜੋ ਸਿੱਖ ਪਰਉਪਕਾਰ ਕਰਨ ਵਾਸਤੇ ਇੱਜ਼ਤ, ਨਾਮਣੇ ਤੇ ਵਡਿਆਈ ਨੂੰ ਰੋੜਨ ਵਾਲਾ ਸੀ, ਉਸ ਨੂੰ ਪਤਤ ਪਾਵਨ ਦੀਨਾਬੰਧੂ ਸਤਿਗੁਰਾਂ ਨੇ ਧਰਤੀ ਤੋਂ ਚੁੱਕ ਕੇ ਆਪਣੇ ਸੀਨੇ ਨਾਲ ਲਗਾ ਲਿਆ ਤੇ ਸਤਿਗੁਰਾਂ ਨੇ ਬਚਨ ਕੀਤਾ, ਧੰਨ ਸਿੱਖੀ, ਧੰਨ ਸਿੱਖੀ, ਧੰਨ ਸਿੱਖੀ, ਧੰਨ ਸਿੱਖੀ, ਧੰਨ ਸਿੱਖੀ ਜੀ, ਧੰਨ ਸਿੱਖੀ, ਧੰਨ ਸਿੱਖੀ ਬਾਜਾ ਵਾਲੇ ਦੀ। ਧੰਨ ਸਿੱਖੀ, ਧੰਨ ਸਿੱਖੀ ਬਾਜਾ ਵਾਲੇ ਦੀ। ਧੰਨ ਸਿੱਖੀ, ਧੰਨ ਸਿੱਖੀ ਬਾਜਾ ਵਾਲੇ ਦੀ। ਗੁਰੂ ਸਾਹਿਬ ਦੀ ਸਿੱਖੀ ਧੰਨ ਹੈ, ਜਿਹੜੀ ਨਿਮਰਤਾ ਸਿਖਾਲਦੀ ਹੈ। ਇਹ ਭਾਈ ਲੱਧਾ ਪਰਉਪਕਾਰੀ ਜੀਓ, ਤੁਸੀਂ ਧੰਨ ਹੋ। ਸ੍ਰੀ ਗੁਰੂ ਨਾਨਕ ਦੇਵ ਜੀ ਵੀ ਧੰਨ ਹਨ। ਤੁਹਾਡੀ ਧਾਰਨ ਕੀਤੀ ਸਿੱਖੀ ਦੀ ਮਰਿਆਦਾ ਨੂੰ ਵੀ ਨਮਸਕਾਰ ਹੈ। ਉਸ ਸਮੇਂ ਬਾਅਦ ਸਤਿਗੁਰੂ ਜੀ ਨੇ ਭਾਈ ਲੱਧੇ ਲਈ ਜਲ ਮੰਗਵਾਇਆ, ਜੋ ਕਾਲਖ ਪਰਉਪਕਾਰ ਹਿਤ ਜਾਂ ਸੇਵਾ ਹਿਤ ਲੱਗੀ ਸੀ, ਅਤੇ ਜੋ ਘੋਰ ਕਾਲਖ ਗੁਰੂ ਹੁਕਮ ਮੰਨਣ ਵਿੱਚ ਲੱਗੀ ਸੀ, ਉਹ ਕਾਲਖ ਸਤਿਗੁਰਾਂ ਨੇ ਆਪ ਆਪਣੇ ਪਵਿੱਤਰ ਪਾਵਨ ਕਰ ਕਮਲਾਂ ਦੇ ਨਾਲ ਮੈਲ ਤੋਂ ਸਦਾ ਨਿਰਮਲ ਹੱਥਾਂ ਦੇ ਨਾਲ ਧੋਤੀ। ਗੁਰੂ ਪ੍ਰੇਮ ਦਾ ਇਸ਼ਾਰਾ ਹੀ ਸੀ ਕਿ ਸਾਰੀ ਸੰਗਤ ਹੀ ਉਸ ਪਰਉਪਕਾਰ ਦੇ ਸਰੀਰ ਤੋਂ ਮਲ ਮਲ ਕੇ ਪਾਣੀ ਨਾਲ ਮੈਲ ਧੋਣ ਲੱਗ ਪਈ। ਜਦੋਂ ਸਾਰੀ ਕਾਲਖ ਲੈ ਗਈ ਤਾਂ ਸੁੰਦਰ ਸਰੀਰ ਚਮਕਾਇਆ। ਸਤਿਗੁਰੂ ਜੀ ਪ੍ਰਸੰਨਤਾ ਦੇ ਸਹਿਤ ਕਹਿਣ ਲੱਗੇ ਕਿ हे ਭਾਈ ਲੱਧਾ ਜੀ, ਜੋ ਕੁਝ ਮੰਗਣਾ ਹੈ ਸੋ ਮੰਗ ਲਵੋ।
ਤਾਂ ਭਾਈ ਲੱਦਾ ਜੀ ਨੇ ਹੱਥ ਜੋੜ ਬੇਨਤੀ ਕੀਤੀ, ਇਹ ਬਖਸ਼ਣ ਸਤਿਗੁਰੂ ਜੀ, ਸੱਤੇ ਤੇ ਬਲਵੰਡੇ ਨੂੰ ਬਖਸ਼ ਲਵੋ ਜੀ। ਸਤਿਗੁਰੂ ਜੀ ਕਹਿਣ ਲੱਗੇ, ਇਹ ਭਾਈ ਲੱਦਾ ਜੀ, ਇਹ ਬਖਸ਼ਣੇ ਯੋਗ ਨਹੀਂ ਹਨ। ਜੋ ਅਸੀਂ ਸਜ਼ਾ ਰੱਖੀ ਸੀ ਉਹ ਤੂੰ ਪੂਰੀ ਭੋਗ ਕੇ ਹੁਣ ਸਾਡੇ ਕੋਲ ਬੇਨਤੀ ਕਰਨ ਆਇਆ ਹੈ, ਪਰ ਤੇਰਾ ਬਚਨ ਅਮੋੜ ਹੈ। ਤੇਰੇ ਕਹੇ ਅਸੀਂ ਤਾਂ ਬਖਸ਼ ਦਿੰਦੇ ਹਾਂ, ਗੁੱਸਾ ਤਾਂ ਅਸੀਂ ਪਹਿਲਾਂ ਵੀ ਨਹੀਂ ਸੀ ਕੀਤਾ, ਪਰ ਇਹਨਾਂ ਨੇ ਜਿਸ ਮੁਖ ਨਾਲ ਸਾਡੇ ਵੱਡੇ ਸਤਿਗੁਰੂ ਸਾਹਿਬਾਨਾਂ ਦੀ ਨਿੰਦਿਆ ਕੀਤੀ ਆ, ਇਹ ਉਸੇ ਮੁਖ ਨਾਲ ਹੀ ਗੁਰਾਂ ਦਾ ਜਸ ਉਚਾਰਨ ਕਰਨ, ਤਾਂ ਹੀ ਇਹਨਾਂ ਦੇ ਪੱਕੇ ਹੋਏ ਗਲੇ ਠੀਕ ਹੋਣਗੇ। ਤਾਂ ਫਿਰ ਭਾਈ ਲੱਦਾ ਜੀ ਕਹਿਣ ਲੱਗੇ, ਇਹ ਸਤਿਗੁਰੂ ਜੀ, ਇਹਨਾਂ ਦੇ ਸਰੀਰ ਤੋਂ ਕੋਹੜ ਦਾ ਰੋਗ ਕਿਵੇਂ ਮਿਟੇਗਾ? ਤਾਂ ਸਤਿਗੁਰੂ ਸਾਹਿਬ ਜੀ ਕਹਿਣ ਲੱਗੇ, ਇਹਨਾਂ ਦਾ ਦੁੱਖ ਭੰਜਨੀ ਮੇਰੀ ਹੇਠ ਇਸ਼ਨਾਨ ਕਰਵਾ ਦੇਣਾ, ਉਹ ਦੂਰ ਕਰੇਗੀ, ਸਰੀਰ ਤੋਂ ਕੋਹੜ ਦਾ ਰੋਗ ਵੀ ਠੀਕ ਹੋ ਜਾਵੇਗਾ। ਸਤਿਗੁਰਾਂ ਦੇ ਇਤਨੇ ਬਚਨ ਸੁਣ ਕੇ ਤੇ ਸਤਿਗੁਰਾਂ ਤੋਂ ਆਗਿਆ ਲੈ ਕੇ ਭਾਈ ਲੱਦਾ ਜੀ ਸੱਤੇ ਤੇ ਬਲਵੰਡੇ ਦੇ ਘਰ ਗਿਆ ਅਤੇ ਜਾ ਕੇ ਦੱਸਿਆ ਕਿ ਸਤਿਗੁਰੂ ਜੀ ਨੇ ਤੁਹਾਨੂੰ ਬਖਸ਼ ਦਿੱਤਾ ਹੈ। ਉਸ ਵੇਲੇ ਉਹਨਾਂ ਦੇ ਹਿਰਦੇ ਵਿੱਚ ਮਿਹਰ ਦਾ ਮੀਂਹ ਵਰਸ ਗਿਆ ਅਤੇ ਉਹ ਅੰਦਰ ਦੀ ਤਪਸ਼ ਵੱਲੋਂ ਠੰਡੇ ਹੋ ਰਹੇ ਸਨ, ਜਲਨ ਬੁਝ ਰਹੀ ਸੀ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਐ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦਾ ਤਤ ਸਰੂਪ ਉਹਨਾਂ ਨੂੰ ਦਿਸ ਰਿਹਾ ਸੀ। ਉਹ ਪ੍ਰੇਮ ਦੇ ਨਾਲ ਵੈਰਾਗ ਕਰ ਰਹੇ ਸਨ, ਪਰ ਸਰੀਰ ਅਜੇ ਰੋਗੀ ਸਨ। ਤਦ ਭਾਈ ਲੱਦੇ ਨੇ ਸਤਿਗੁਰਾਂ ਦੇ ਬਚਨ ਅਨੁਸਾਰ ਆਪ ਨਾਲ ਲਿਜਾ ਕੇ ਦੋਨਾਂ ਦਾ ਇਸ਼ਨਾਨ ਕਰਵਾਇਆ। ਆਖਿਆ, ਪੜੋ ਸ਼ਬਦ ਦਾ ਪਾਠ ਪੜੋ ਗੁਰਮੁਖੋ, ਤੇ ਦੁੱਖ ਭੰਜਨੀ ਮੇਰੀ ਹੇਠ ਇਸ਼ਨਾਨ ਕਰੋ। ਕੀ ਪੜ੍ਹਦਿਆਂ ਇਸ਼ਨਾਨ ਕਰਨਾ ਚਾਹੀਦਾ? ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸਚ ਜੁਗਾਦ ਸਚ ਹੈ ਵੀ ਸਚ, ਨਾਨਕ ਹੋਸੀ ਵੀ ਸਚ। ਇਹ ਮੂਲ ਮੰਤਰ ਪਹਿਲਾਂ ਪੜ੍ਹੇ। ਕਿਸੇ ਵੀ ਸਰੋਵਰ ਦੇ ਵਿੱਚ ਜਦ ਆਪਾਂ ਇਸ਼ਨਾਨ ਕਰਨ ਲੱਗਦੇ ਹਾਂ ਤਾਂ ਇਹ ਮੂਲ ਮੰਤਰ ਦਾ ਪਾਠ ਜ਼ਰੂਰੀ ਹੈ। ਗੁਰਦੁਆਰੇ ਆ ਕੇ ਵੀ ਭਾਵੇਂ ਮੱਥਾ ਟੇਕ ਕੇ ਮੁੜ ਜਾਓ, ਪਰ ਬੈਠ ਕੇ ਇੱਕ ਵਾਰ ਮੂਲ ਮੰਤਰ ਜ਼ਰੂਰ ਪੜ੍ਹੋ, ਜਾਂ 5 ਵਾਰ ਘੱਟੋ ਘੱਟ ਪੜ੍ਹੋ, ਤਾਂ ਹੀ ਯਾਤਰਾ ਸਫਲ ਹੈ। ਫਿਰ ਵਾਹਿਗੁਰੂ ਕਹਿਣਾ, ਵਾਹਿਗੁਰੂ 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 ਵਾਹਿ ਜੀਓ। ਇਹ ਸ਼ਬਦ ਦਾ ਪਾਠ ਪੜ੍ਹਨਾ। ਗੌੜੀ ਮਹਲਾ ਪੰਜਵਾ, ਗੌੜੀ ਮਹਲਾ ਪੰਜਵਾ ਮਾਂਝ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਦੁਖ ਭੰਜਨ ਤੇਰਾ ਨਾਮ ਜੀ, ਦੁਖ ਭੰਜਨ ਤੇਰਾ ਨਾਮ। ਆਠ ਪਹਿਰ ਆਰਾਧੀਐ, ਪੂਰਨ ਸਤਿਗੁਰ ਗਿਆਨ ਰਹਾਉ। ਜਿਤ ਕੜ ਵਸੈ ਪਾਰ ਬ੍ਰਹਮ, ਸੋਈ ਸੁਹਾਵੈ ਥਾਉ। ਜਮ ਕੰਕਰ ਨੇੜ ਨ ਆਵਈ, ਰਸਨਾ ਹਰ ਗੁਣ ਗਾਉ। ਸੇਵਾ ਸੁਰਤ ਨ ਜਾਣੀਐ, ਨਾ ਜਾਪੈ ਆਰਾਧ। ਓੜ ਤੇਰੀ ਜਗ ਜੀਵਨ, ਮੇਰੇ ਠਾਕੁਰ ਅਗਮ ਅਗਾਧ।
ਭਏ ਕਿਰਪਾਲ ਗੋਸਾਈਆ ਨਟੇ ਸੋਗ ਸੰਤਾਪ ਤਤੀ ਵਾਉ ਨ ਲੱਗਈ ਸਤਿਗੁਰ ਰਖੇ ਆਪ ਗੁਰ ਨਾਰਾਇਣ ਦਈਓ ਗੁਰ ਗੁਰ ਸੱਚਾ ਸਿਰਜਣਹਾਰ ਗੁਰ ਤੁਠੈ ਸਭ ਕਿਛ ਪਾਇਆ ਜਨ ਨਾਨਕ ਸਦ ਬਲਿਹਾਰ। ਇਹ ਸ਼ਬਦ ਦਾ ਪਾਠ ਕਰਨਾ। ਫਿਰ ਸੋਰਠ ਮਹੱਲਾ ਪੰਜਵਾ ਘਰ ਤੀਜਾ ਦੋਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰ ਇਸਨਾਨਾ ਗੁਰ ਪੂਰੈ ਕੀਨੇ ਦਾਨਾ ਰਹਾਉ। ਸਭ ਕੁਛ ਲਖੀ ਮੁਮਰਬ ਧਾਰੇ ਸਹੀ ਸਲਾਮਤ ਸਭ ਥੋਕ ਉਬਾਰੇ ਗੁਰ ਕਾ ਸ਼ਬਦ ਵਿਚਾਰੇ ਸਾਧੂ ਸੰਗ ਮਲ ਲਾਥੀ ਪਾਰ ਬ੍ਰਹਮ ਭਇਓ ਸਾਥੀ। ਨਾਨਕ ਨਾਮ ਧਿਆਇਆ ਆਦਿ ਪੁਰਖ ਪ੍ਰਪਾਇਆ। ਮਹੱਲਾ ਚੌਥਾ ਗੁਰ ਸਤਿਗੁਰ ਕਾ ਜੋ ਸਿੱਖਿਆ ਖਾਏ ਸੋ ਭਲ ਕੇ ਉਠ ਹਰ ਨਾਮ ਧਿਆਵੈ। ਉਦਮ ਕਰੇ ਭਲ ਕੇ ਪ੍ਰਭਾਤੀ ਇਸਨਾਨ ਕਰੇ ਅੰਮ੍ਰਿਤ ਸਰ ਨਹਾਵੈ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲ ਵਿਖ ਪਾਪ ਦੋਖ ਲੈ ਜਾਵੈ। ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ ਬਹਿਦਿਆ ਉੱਠਦਿਆ ਹਰ ਨਾਮ ਧਿਆਵੈ। ਜੋ ਸਾਸ ਵਿਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੈ। ਸਵਾਸ ਸਾਸ ਲੈਂਦਿਆਂ ਗਰਾਸ ਗਰਾਈ ਮੂੰਹ 'ਚ ਪਾਉਂਦੇ ਆ। ਸਾਡੇ ਦਮਦਮੀ ਟਕਸਾਲ ਦੇ ਗਿਆਨੀ ਸਿੰਘ ਨੇ ਗਿਆਨੀ ਪਰਵਿੰਦਰਪਾਲ ਸਿੰਘ ਜੀ ਬੁੱਟਰ ਸਾਹਿਬ ਇੱਕ ਵਾਰ ਮੈਨੂੰ ਕਹਿੰਦੇ ਤੂੰ ਰੋਟੀ ਖਾਂਦਿਆਂ ਜਪਜੀ ਸਾਹਿਬ ਪਾਠ ਕੀਤਾ ਕਦੀ? ਮੈਂ ਕਿਹਾ ਜੀ ਰੋਟੀ ਖਾਂਦਿਆਂ। ਤੁਸੀਂ ਦੱਸੋ ਹੁਣ ਆਪਾਂ ਕੁਝ ਖਾਂਦੇ ਹੋਈਏ ਤੇ ਜਪਜੀ ਸਾਹਿਬ ਦਾ ਪਾਠ ਕਰ ਸਕਦੇ ਹਾਂ? ਬਿਲਕੁਲ ਨਹੀਂ, ਕਿਉਂਕਿ ਆਪਾਂ ਆਪਦੀ ਜ਼ਬਾਨ ਨੂੰ ਤੇ ਦੰਦਾਂ ਨੂੰ ਤਾਂ ਖਾਣ ਵਿੱਚ ਬਿਜ਼ੀ ਕੀਤਾ ਹੋਇਆ। ਸੋ ਇਹ ਜੋ ਰਾਏ ਬਲਵੰਡ ਤੇ ਸੱਤਾ ਡੂਮ ਜੀ ਸਨ, ਭਾਈ ਲੱਧਾ ਜੀ ਨੇ ਇਹਨਾਂ ਤੇ ਪਰਉਪਕਾਰ ਕੀਤਾ। ਇਹਨਾਂ ਨੂੰ ਦੁੱਖ ਪੰਜਨੀ ਬੇਰੀ ਹੇਠ ਇਸ਼ਨਾਨ ਕਰਵਾਇਆ। ਇਸ਼ਨਾਨ ਕਰਵਾ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰ ਕੀਤਾ। ਫਿਰ ਦੋਨਾਂ ਭਰਾਵਾਂ ਨੇ ਇਹ ਵਾਰ ਉਚਾਰਨ ਕੀਤੀ। ਇਸ ਨੂੰ ਟਿੱਕੇ ਦੀ ਵਾਰ ਵੀ ਕਹਿੰਦੇ ਨੇ, ਜਿਸ ਵਿੱਚ ਪਹਿਲੇ ਸਤਿਗੁਰਾਂ ਤੋਂ ਲੈ ਕੇ 5 ਸਤਿਗੁਰਾਂ ਤੱਕ ਮਹਿਮਾ ਕੀਤੀ ਹੈ। ਪਹਿਲੀਆਂ 4 ਪੌੜੀਆਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਦੀ ਮਿਲਵੀਂ ਮਹਿਮਾ ਹੈ। 5ਵੀਂ ਪੌੜੀ ਵਿੱਚ ਕੇਵਲ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸਿਫਤ ਕੀਤੀ ਹੈ। 6ਵੀਂ ਪੌੜੀ ਵਿੱਚ ਤੀਸਰੇ ਗੁਰਾਂ ਦੀ ਸਿਫਤ ਕੀਤੀ ਹੈ। 7ਵੀਂ ਪੌੜੀ ਵਿੱਚ ਚੌਥੇ ਗੁਰਾਂ ਦੀ ਮਹਿਮਾ ਕੀਤੀ ਹੈ ਅਤੇ 8ਵੀਂ ਪੌੜੀ ਵਿੱਚ 5ਵੇਂ ਗੁਰਾਂ ਦੀ ਮਹਿਮਾ ਉਚਾਰਨ ਕੀਤੀ ਹੈ। ਅਤੇ 5ਵੇਂ ਗੁਰਾਂ ਦੇ ਚਰਨਾਂ ਤੇ ਡਿੱਗ ਕੇ ਇਹਨਾਂ ਆਪਣੀ ਭੁੱਲ ਬਖਸ਼ਾਈ। ਫਿਰ ਦੁਬਾਰਾ ਗੁਰੂ ਘਰ ਵਿੱਚ ਕੀਰਤਨ ਕਰਨ ਦੇ ਅਧਿਕਾਰੀ ਬਣੇ। ਇਉਂ ਇਹ ਵਾਰ ਸੱਤੇ ਤੇ ਰਾਏ ਬਲਵੰਡ ਨੇ ਉਚਾਰਨ ਕੀਤੀ ਹੈ। ਇਹ ਸਾਰਾ ਪ੍ਰਸੰਗ ਕਵੀ ਭਾਈ ਸੰਤੋਖ ਸਿੰਘ ਜੀ ਨੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ 3 ਰਾਸ ਅਧਿਆਇ 43 ਤੋਂ 45 ਅਧਿਆਇ ਤੱਕ